ਕਹਿੰਦੇ ਨੇ ਕਿ ਕਿਸਮਤ ਦੇ ਨਾਲ ਲੜ ਕੇ ਹੀ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ। ਅੱਜ ਇੱਕ ਐਸੀ ਰੂਹ ਦੇ ਨਾਲ ਮਿਲਾਉਣ ਲੱਗੇ ਆ ਜਿਹਦੇ ਤੋਂ ਲੋਕ ਦੁਆਵਾਂ ਤਾਂ ਲੈਣ ਆਉਂਦੇ ਨੇ ਪਰ ਉਹਦੇ ਲਈ ਕੋਈ ਦੁਆ ਨਹੀਂ ਕਰਦਾ। ਗੱਲ ਕਰ ਰਹੇ ਹਾਂ ਮਹੰਤ ਮੈਡਮ ਤਨਵੀਰ ਰੰਧਾਵਾ ਦੀ। ਖੂਬਸੂਰਤੀ ਤਾਂ ਇੰਨੀ ਲਿਸ਼ਕਾਂ ਮਾਰਦੀ ਹੈ ਕਿ ਚੰਨ ਦੀ ਰੋਸ਼ਨੀ ਵੀ ਮੂਹਰੇ ਫਿੱਕੀ ਲੱਗਦੀ ਹੈ, ਪਰ ਹੁਸਨਾਂ ਦੀ ਮਾਲਕ ਤਨਵੀਰ ਦੀ ਜ਼ਿੰਦਗੀ ਕੀ ਇੰਨੀ ਹੀ ਲਿਸ਼ਕਾਂ ਮਾਰਦੀ ਹੋਵੇਗੀ? ਅੱਜ ਸੁਣਾਉਣੇ ਆ ਉਹ ਅਣਸੁਣੇ ਜ਼ਿੰਦਗੀ ਦੇ ਕੌੜੇ ਸੱਚ ਜੋ ਤਨਵੀਰ ਰੰਧਾਵਾ ਨੇ ਹੰਢਾਏ ਤੇ ਅੱਜ ਬੇਬਾਕ ਅੰਦਾਜ਼ ਨੂੰ ਪਹਿਚਾਨ ਬਣਾ ਸੰਵਾਰ ਰਹੀ ਹੈ ਕਈਆਂ ਦੀ ਜ਼ਿੰਦਗੀ। ਥਰਡ ਜੈਂਡਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਤੋਂ ਦੁਆਵਾਂ ਹਰ ਕੋਈ ਲੈਣਾ ਚਾਹੁੰਦਾ ਹੈ, ਸਿੱਕਾ ਹਰ ਕੋਈ ਲੈਣਾ ਚਾਹੁੰਦਾ ਹੈ, ਪਰ ਕੋਈ ਇਹ ਨਹੀਂ ਚਾਹੁੰਦਾ ਉਹਨਾਂ ਦੇ ਘਰ ਥਰਡ ਜੈਂਡਰ ਦਾ ਕੋਈ ਪਰਸਨ ਪੈਦਾ ਹੋਵੇ। ਮੇਰੇ ਘਰ ਦੇ ਵਿੱਚ ਜਨਮ ਹੋਇਆ ਤਾਂ ਲੋਕਾਂ ਨੇ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦੇਣੇ ਬਈ ਉਹਨਾਂ ਦੇ ਘਰ ਨਹੀਂ ਜਾਣਾ, ਉਹਨਾਂ ਦੇ ਘਰ ਤਾਂ ਖੁਸਰੇ ਆ, ਉਹਨਾਂ ਦਾ ਬੱਚਾ ਤਾਂ ਖੁਸਰਾ, ਉਹਨਾਂ ਦਾ ਬੱਚਾ ਤਾਂ ਮੰਨਤਾ, ਉਹਨਾਂ ਦਾ ਬੱਚਾ ਤਾਂ ਹਿਜੜਾ। ਵਧਾਈਆਂ ਤੇ ਜਾਣਾ ਹੈ ਨਾ, ਘਰ ਘਰ ਜਾ ਕੇ ਮੰਗਣਾ ਤਾਂ ਬੜਾ ਔਖਾ ਲੱਗਦਾ। ਜਦੋਂ ਮੇਰੀ ਕਮਿਊਨਿਟੀ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਮੈਂ ਇੱਕ ਮਹੰਤ ਹਾਂ ਤਾਂ ਮੈਨੂੰ ਲੈ ਜਾਂਦੇ ਆ ਤਾਂ ਉੱਥੇ ਬਹੁਤ ਦੁੱਖ ਲੱਗਦਾ, ਤਕਲੀਫ ਲੱਗਦੀ ਹੈ ਕਿ ਇੱਕ ਬੱਚਾ ਜਿਹਨੇ ਕਦੇ ਬਾਹਰ ਨਹੀਂ ਕੁਝ ਵੀ ਦੇਖਿਆ ਹੁੰਦਾ, ਸਮਾਜ ਦਾ ਨਹੀਂ ਪਤਾ ਹੁੰਦਾ, ਦੁਨੀਆਦਾਰੀ ਦਾ ਨਹੀਂ ਪਤਾ ਹੁੰਦਾ, ਉਹਨੂੰ ਆਪਣਾ ਘਰ ਛੱਡ ਕੇ ਬਾਹਰ ਜਾ ਕੇ ਰਹਿਣਾ ਬੜਾ ਔਖਾ ਹੁੰਦਾ, ਡਿਫਿਕਲਟ ਹੁੰਦਾ ਹੈ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਆ ਵੀ ਹੱਥ ਲਾਉਣ ਨਾਲ ਜਾਂ ਨਾਲ ਟੱਚ 'ਚ ਰਹਿਣ ਨਾਲ ਹੋ ਜੂਗੀ। ਇਹ ਤਾਂ ਦੇਖੋ ਕਾਲਪੁਰਖ ਵਾਹਿਗੁਰੂ ਹੈ ਨਾ, ਗੁਰੂ ਰਾਮਦਾਸ ਮਹਾਰਾਜ ਜਿੱਥੇ ਬੰਦੇ ਨੂੰ ਖੜਾਉਂਦਾ ਉੱਥੇ ਰਹਿਣਾ ਪੈਂਦਾ। ਠੀਕ ਆ, ਇਟ ਵਾਸ ਵੀ ਜਸਟ ਅ ਸੈਕਸ਼ੁਅਲਿਟੀ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ ਬਾਇਓਲੋਜੀਕਲੀ, ਇਹ ਇੱਕ ਸੈਕਸ਼ੁਅਲਿਟੀ ਹੈ। ਬੜਾ ਬੁਰਾ ਸਮਾਂ ਸੀ ਮੇਰੇ ਲਈ, ਪਰ ਕਿਤੇ ਨਾ ਕਿਤੇ ਇੱਕ ਸੱਚਾਈ ਹੈਗੀ ਆ ਮਹਾਨਤੀ ਲਾਈਫ ਦੀ ਕਿ ਅਸੀਂ ਇਕੱਲੇ ਔਰ ਤਨਹਾ ਲੋਕ ਹਾਂ। 3-4 ਮਹੀਨੇ ਮੈਨੂੰ ਔਖਾ ਲੱਗਿਆ, ਫਿਰ ਮੈਂ ਮੂਵ ਔਨ ਕਰ ਗਈ ਕਿ ਨਹੀਂ ਆਪਾਂ ਮਹਾਨਤ ਹੈਗੇ ਆ, ਇਹ ਆਪਣੀ ਸੱਚਾਈ ਆ, ਇਹ ਆਪਣੀ ਸੈਕਸ਼ੁਅਲਿਟੀ ਆ। ਦੈਨ ਆਪਾਂ ਇਸ ਚੀਜ਼ ਤੋਂ ਹੀ ਅੱਗੇ ਵਧਣਾ, ਇਸ ਚੀਜ਼ ਨੂੰ ਕਮਜ਼ੋਰੀ ਨਹੀਂ ਬਣਾਉਣਾ, ਇਸ ਚੀਜ਼ ਨੂੰ ਤਾਕਤ ਬਣਾਉਣਾ। ਜਦੋਂ ਆਪਾਂ ਬਰਾਦਰੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਆਉਂਦੇ ਆ ਨਾ ਤਾਂ ਸਾਡੇ ਮਾਂ-ਬਾਪ ਨਾਲ ਜਿੰਨਾ ਸਾਡਾ ਸਫ਼ਰ ਸੀ ਉਹ ਉੱਥੇ ਹੀ ਖਤਮ ਹੋ ਗਿਆ ਸੀ। 10-11 ਸਾਲ ਦੀ ਸੀ ਜਦੋਂ ਘਰ ਤੋਂ ਨਿਕਲ ਗਏ, ਬਾਹਰ ਹੀ ਰਹੇ, ਬਾਹਰ ਹੀ ਪੜ੍ਹੇ, ਬਾਹਰ ਹੀ ਰਹਿਣਾ ਸਹਿਣਾ ਹੋਇਆ। ਉੱਥੇ ਬਚਪਨ ਜਵਾਨੀ, ਬਚਪਨ ਨਿਕਲ ਗਿਆ, ਜਵਾਨੀ ਵੀ ਨਿਕਲ ਜਾਣੀ, ਹੁਣ ਇੱਥੇ ਬੁਢਾਪਾ ਨਿਕਲ ਜਾਣਾ ਕਮਿਊਨਿਟੀ ਦੇ ਅੰਦਰ। ਜਦੋਂ ਮਹੰਤ ਕਮਿਊਨਿਟੀ ਦੇ ਲੋਕਾਂ ਨੂੰ ਲੈਣ ਆਉਂਦੇ ਨੇ ਤਾਂ ਜਿਹੜਾ ਹੈਗਾ ਪੇਰੈਂਟਸ ਉਹਨਾਂ ਉਸ ਟਾਈਮ ਇਹ ਵੀ ਪਤਾ ਹੁੰਦਾ ਕਿ ਇਹਨਾਂ ਨੇ ਵਾਪਸ ਨਹੀਂ ਆਉਣਾ, ਹੁਣ ਇਹਨਾਂ ਨੇ ਉਸੇ ਕਮਿਊਨਿਟੀ ਦੇ ਵਿੱਚ ਰਹਿ ਜਾਣਾ। ਤੇ ਉਦੋਂ ਨਹੀਂ ਮਾਂ ਪਿਓ ਨੂੰ ਦੁੱਖ ਹੁੰਦਾ ਆ, ਉਦੋਂ ਨਹੀਂ ਤਕਲੀਫ ਹੁੰਦੀ ਹੈ ਜਦੋਂ ਬੱਚਾ ਜਿਹੜਾ ਹੈਗਾ ਮਹੰਤ ਕਮਿਊਨਿਟੀ ਦਾ ਬੱਚਾ ਜਾਂਦਾ ਹੈ। ਵੀ ਉਹ ਸੋਚ ਲੈਂਦੇ ਨੇ ਵੀ ਚਲੋ ਕੋਈ ਗੱਲ ਨਹੀਂ ਵੀ ਇਹ ਸਾਡਾ ਬੱਚਾ ਮਹੰਤ ਸੀ, ਇਹਦਾ ਤਾਂ ਵੇਲ ਵੰਸ਼ ਅੱਗੇ ਵਧਣਾ ਨਹੀਂ ਹੈ, ਹੈ ਨਾ। ਅਗਰ ਬਾਈ ਦਾ ਵੀ ਉਹ ਮਹੰਤ ਦੀ ਜਗ੍ਹਾ ਅਗਰ ਉਹਨਾਂ ਦੇ ਪੁੱਤ ਨੂੰ ਕੋਈ ਲੈ ਜੇ ਜਾਂ ਉਹਨਾਂ ਦੀ ਕੁੜੀ ਨੂੰ ਕੋਈ ਲੈ ਜੇ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਦਾ ਵੀ ਪੁੱਤ ਨੇ ਸਾਡਾ ਵੰਸ਼ ਚਲਾਉਣਾ ਸੀ, ਕੁੜੀ ਨੂੰ ਅਸੀਂ ਵਿਆਹ ਕੇ ਤੋਰਨਾ ਸੀ, ਵੀ ਮਹੰਤਾਂ ਦਾ ਕੋਈ ਨਹੀਂ ਹੈ। ਇਸ ਕਰਕੇ ਹੁਣ ਮਹੰਤ ਹੈਗੇ, ਪਤਾ ਹੈਗਾ ਵੀ ਨਾ ਕੋਈ ਵਿਆਹ ਹੋਣਾ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਹੈ ਨਾ। ਠੀਕ ਹੈ, ਤੇ ਇਸ ਕਰਕੇ ਹੁਣ ਲੋਕਾਂ ਲਈ ਹੈਗੇ ਆ, ਬੱਚਿਆਂ ਲਈ ਹੈਗੇ ਆ, ਸ਼ਾਇਦ ਉਹਨਾਂ 'ਚ ਕੋਈ ਆਪਣਾ ਬੱਚਾ ਮਿਲ ਜੇ ਜਾਂ ਉਹਨਾਂ 'ਚ ਕੋਈ ਸ਼ਾਇਦ ਆਪਣਾ ਮਿਲ ਜੇ। ਮਹੰਤ ਕਮਿਊਨਿਟੀ ਦੀ ਵੀ ਅਸਲ ਸੱਚਾਈ ਹੈਗੀ ਕਿ ਕਿਤੇ ਨਾ ਕਿਤੇ ਮੇਰੇ ਮਹੰਤ ਜਿਹੜੇ ਹੈਗੇ ਨੇ ਉਹ ਬਹੁਤ ਇਕੱਲੇ ਹੁੰਦੇ ਨੇ। ਇਕੱਲਾਪਨ ਉਹਨਾਂ ਦੇ ਅੰਦਰ ਹੁੰਦਾ ਹੈਗਾ, ਅਲੋਨ ਹੁੰਦੇ ਆ ਅਸੀਂ, ਹੈ ਨਾ। ਜੇਕਰ ਕੋਈ ਥਰਡ ਜੈਂਡਰ ਦਾ ਪਰਸਨ ਤੁਰਿਆ ਹੁੰਦਾ ਹੈ ਤਾਂ ਪੂਰਾ ਸਕੈਨ ਕੀਤਾ ਜਾਂਦਾ ਹੈ, ਦੇਖਣ ਤੇ ਬੋਲਣ ਦਾ ਨਜ਼ਰੀਆ ਚੇਂਜ ਹੋ ਜਾਂਦਾ ਲੋਕਾਂ ਦਾ। ਇਹਨਾਂ ਚੀਜ਼ਾਂ ਨੂੰ ਵੀ ਫੇਸ ਕਰਨਾ ਪਿਆ, ਹਾਲਾਂਕਿ ਤੁਹਾਨੂੰ ਪਿਆਰ ਬਹੁਤ ਮਿਲਦਾ ਜਿੱਥੇ ਤੁਸੀਂ ਰਹਿ ਰਹੇ ਹੋ। ਮੈਂ ਤਾਂ ਸਿੱਧੀ ਗੱਲ ਕਹੂੰਗੀ, ਭਾਵੇਂ ਕਿਸੇ ਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਦਾ, ਮੇਰੀ ਕਮਿਊਨਿਟੀ ਦੇ ਲੋਕਾਂ ਦੇ ਵੀ ਕੁਛ ਦੇ ਲੱਛਣ ਖਰਾਬ ਨੇ। ਇੱਕ ਜਿੱਦਾਂ ਕਹਿ ਦਈਏ ਨਕਲੀ ਚੀਜ਼ਾਂ ਬਹੁਤ ਹੋ ਗਈਆਂ, ਅਸਲ ਬਾਅਦ 'ਚ ਆਉਂਦੀਆਂ, ਨਕਲ ਪਹਿਲਾਂ ਆ ਜਾਂਦੀਆਂ, ਹੈ ਨਾ। ਵਿਵਾਦ ਬਹੁਤ ਵੱਧ ਗਏ ਮਹੰਤਾਂ ਦੇ, ਵਿਵਾਦ ਬਾਅਦ 'ਚ ਹੁੰਦਾ ਔਰ ਆਪਣਾ TV ਤੇ ਔਰ ਸੋਸ਼ਲ ਮੀਡੀਆ ਤੇ ਪਹਿਲਾਂ ਉਹ ਆ ਜਾਂਦੀ ਹੈ ਚੀਜ਼, ਹੈ ਨਾ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਰਾਜਪੁਰਾ ਵਾਸੀਆਂ ਦੀ, ਮੇਰੇ ਰਾਜਪੁਰਾ ਹਲਕਾ ਵਾਸੀਆਂ ਦੀ, ਸ਼ਹਿਰ ਵਾਸੀਆਂ ਦੀ ਤੇ ਪਿੰਡ ਵਾਲੇ ਵਾਸੀਆਂ ਦੀ। ਤੇ ਬਹੁਤ ਪਿਆਰ ਕਰਦੇ ਨੇ, ਉਹਨਾਂ ਨੇ ਮੈਨੂੰ ਕਦੇ ਐਦਾਂ ਮਹਾਨਤਾ ਵਾਂਗੂ ਟਰੀਟ ਨਹੀਂ ਕਰਿਆ, ਮੋਸਟਲੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਮੈਨੂੰ ਹੱਸਣ ਲਾਉਂਦੇ ਨੇ। ਤਨਵੀਰ ਨੱਚਣ ਨੂੰ ਕੀ, ਅੰਦਰ ਆ ਬੈਠ, ਰੋਟੀ ਖਾ ਤੇ ਵਧਾਈ ਲੈ ਚੱਲ ਜਾ। ਪਹਿਲੀ ਗੱਲ ਤਾਂ ਮੈਨੂੰ ਜਾਣੇ ਨਹੀਂ ਦਿੰਦੇ, ਬੈਠੀ ਰਹਿ ਤੂੰ ਘੰਟਾ 2-2 ਘੰਟੇ, ਹੈ ਨਾ। ਤੇ ਬੜਾ ਪਿਆਰ ਕਰਦੇ ਨੇ। ਹਮੇਸ਼ਾ ਆਪਦੀ ਇਮੇਜ ਔਰ ਪਰਸਨੈਲਿਟੀ ਹਮੇਸ਼ਾ ਬੰਦੇ ਨੂੰ ਆਪ ਹੀ ਬਣਾਉਣੀ ਪੈਂਦੀ ਆ, ਹੈ ਨਾ। ਇਮੇਜ ਖਰਾਬ ਕਰਨ ਲੱਗਿਆ 1 ਮਿੰਟ ਲੱਗਦਾ ਔਰ ਬਣਾਉਣ ਲੱਗਿਆ ਸਾਲਾਂ ਦੀ ਸਾਲ।
ਮਰਦੇ ਨੂੰ ਪਾਣੀ ਬਹੁਤ ਵੱਡੀ ਚੀਜ਼ ਹੁੰਦੀ ਆ, ਹੈ ਨਾ। ਇੱਦਾਂ ਹੀ ਜੇ ਕਿਦਾ ਕੋਈ ਬੱਚਾ ਡੀਟੇਬਲ ਬੱਚਾ ਕੋਈ ਫੀਸ ਨਹੀਂ ਭਰ ਸਕਦਾ, ਕੋਈ ਪੜ੍ਹ ਨਹੀਂ ਸਕਦਾ, ਕੋਈ ਯੂਨੀਫਾਰਮ ਨਹੀਂ ਲੈ ਸਕਦਾ, ਉਹਨਾਂ ਲਈ ਹਮੇਸ਼ਾ ਮੈਂ ਅਵੇਲੇਬਲ ਹਾਂ 24 ਆਵਰਸ। ਮੈਨੂੰ ਸੋਸ਼ਲ ਵਰਕ 'ਚ ਬਹੁਤ ਜ਼ਿਆਦਾ ਕਰਕੇ ਬਹੁਤ ਦਿਲ ਨੂੰ ਸਕੂਨ ਮਿਲਦਾ ਇਹ ਚੀਜ਼ਾਂ ਨਾਲ। ਉਹਨੂੰ ਇਹ ਰੋਲ ਮਿਲਿਆ, ਮੇਰੀ ਸਕ੍ਰਿਪਟ ਆਲਰੇਡੀ ਪਰਮਾਤਮਾ ਨੇ ਲਿਖਤੀ ਸੀ ਐਜ਼ ਅ ਮਹਾਨ, ਅਤੇ ਆਪਾਂ ਤਾਂ ਡਿਊਟੀ ਕਰ ਰਹੇ ਹਾਂ, ਹੈ ਨਾ। ਅਗਰ ਮੈਂ ਕੋਈ ਨੋਰਮਲ ਮੁੰਡਾ ਕੁੜੀ ਹੁੰਦੀ ਤਾਂ ਵੀ ਮੈਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੰਗਾ ਹੀ ਕੰਮ ਕਰਨਾ ਸੀਗਾ, ਹੈ ਨਾ। ਉਦੋਂ ਸ਼ਾਇਦ ਉਸ ਟਾਈਮ ਅਗਰ ਮੈਂ ਮੁੰਡਾ ਜਾਂ ਕੁੜੀ ਹੁੰਦੀ, ਇਹ ਸੱਚਾਈ ਆ, ਸ਼ਾਇਦ ਮੈਂ ਲੋਕਾਂ ਲਈ ਕੁਝ ਨਾ ਕਰ ਪਾਉਂਦੀ। ਹਰ ਕੁੜੀ ਦਾ ਹਰ ਮੁੰਡੇ ਦਾ ਕੋਈ ਨਾ ਕੋਈ ਰਿਸ਼ਤਾ ਹੋ ਜਾਂਦਾ, ਵਿਆਹ ਹੋ ਜਾਂਦਾ, ਉਹਨਾਂ ਦਾ ਪਰਿਵਾਰ ਬਣ ਜਾਂਦਾ, ਪਰ ਅਸੀਂ ਲੋਕ ਤਨਹਾ ਰਹਿੰਦੇ ਹਾਂ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ। ਤਾਂ ਇਸ ਕਰਕੇ ਮਹਾਨਤਾ ਦਾ ਜਿੱਦਾਂ ਕਹਿੰਦੇ ਨੇ ਉਹਨਾਂ ਦੁੱਖ ਕੋਈ ਵੀ ਨਹੀਂ ਮਨਾਉਂਦਾ, ਕੋਈ ਵੀ ਬੰਦਾ ਉਹਨਾਂ ਦੁੱਖ ਨਹੀਂ ਮਨਾਉਂਦਾ, ਉਹਨਾਂ ਦੇ ਮਰਨ ਦਾ, ਉਹਨਾਂ ਨੂੰ ਕੁਝ ਹੋਣ ਦਾ, ਜਿੰਨਾ ਦੁੱਖ ਇੱਕ ਮੁੰਡੇ ਔਰ ਨੋਰਮਲ ਮੁੰਡੇ ਔਰ ਕੁੜੀ ਦਾ ਦੁੱਖ ਮਨਾਇਆ ਜਾਂਦਾ ਹੈ ਨਾ ਫੈਮਿਲੀ 'ਚ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਥਰਡ ਜੈਂਡਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਤੋਂ ਦੁਆਵਾਂ ਹਰ ਕੋਈ ਲੈਣਾ ਚਾਹੁੰਦਾ ਹੈ, ਸਿੱਕਾ ਹਰ ਕੋਈ ਲੈਣਾ ਚਾਹੁੰਦਾ ਹੈ, ਪਰ ਕੋਈ ਇਹ ਨਹੀਂ ਚਾਹੁੰਦਾ ਉਹਨਾਂ ਦੇ ਘਰ ਥਰਡ ਜੈਂਡਰ ਦਾ ਕੋਈ ਪਰਸਨ ਪੈਦਾ ਹੋਵੇ। ਅੱਜ ਇਸ ਮੁੱਦੇ ਤੇ ਵੀ ਗੱਲਬਾਤ ਕਰਾਂਗੇ ਤੇ ਜੋ ਸਾਡੇ ਨਾਲ ਮੌਜੂਦ ਹੈ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ ਮੌਜੂਦ ਨੇ ਮਹੰਤ ਤਨਵੀਰ ਰੰਧਾਵਾ। ਮੈਮ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ ਸੋ ਮਚ, ਲੋਟਸ ਆਫ ਥੈਂਕਸ। ਪਹਿਲਾ ਸਵਾਲ ਮੈਂ ਇਹੀ ਕਰਾਂਗੀ ਕਿ ਕੋਈ ਵੀ ਬੰਦਾ ਹੈ ਕਿਸੇ ਵੀ ਜੈਂਡਰ ਦਾ, ਥਰਡ ਜੈਂਡਰ ਦਾ, ਕੁੜੀ ਹੈ ਮੁੰਡਾ ਹੈ, ਇੱਕ ਮਾਂ ਦੇ ਕੁੱਖ ਤੋਂ ਜਨਮ ਲੈਂਦੇ ਨੇ। ਕੁੱਖ ਇੱਕੋ ਹੀ ਆ, ਜਨਮ ਸਭ ਨੇ ਉੱਥੋਂ ਹੀ ਲੈਣਾ, ਪਰ ਫਿਰ ਵੀ ਸਾਡਾ ਸਮਾਜ ਭੇਦਭਾਵ ਕਰਦਾ ਹੈ। ਕੀ ਕਹੋਗੇ? ਇੱਕ ਮੈਂ ਸਮਾਜ ਨੂੰ ਪੁੱਛਣਾ ਚਾਹੁੰਦੀ ਹਾਂ, ਹਰ ਬੰਦੇ ਨੂੰ ਪੁੱਛਣਾ ਚਾਹੁੰਦੀ ਹਾਂ, ਤੁਸੀਂ ਵੀ ਮੈਨੂੰ ਇਸ ਗੱਲ ਦਾ ਜਵਾਬ ਦਿਓ। ਜਦੋਂ ਬੱਚਾ ਪੈਦਾ ਹੁੰਦਾ ਤਾਂ ਆਪਾਂ ਉਦੋਂ ਕੈਟਾਗਰੀਆਂ ਦਿੰਦੇ ਹਾਂ ਬੱਚਿਆਂ ਨੂੰ, ਕਿ ਜਦੋਂ ਬੱਚਾ ਵੱਡਾ ਹੁੰਦਾ ਉਦੋਂ ਕੈਟਾਗਰੀ ਦੇ ਵਿੱਚ ਬੱਚੇ ਨੂੰ ਰੱਖਦੇ ਹਾਂ, ਵੱਡਾ ਹੋਣ 'ਤੇ ਕੈਟਾਗਰੀਜ਼ ਦਿੰਦੇ ਹਾਂ। ਸੋ ਬੱਚਾ, ਹਰ ਬੱਚਾ ਇੱਕ ਮਾਂ ਦੇ ਪੇਟੋਂ ਹੀ ਪੈਦਾ ਹੁੰਦਾ ਹੈ ਨਾ। ਮਾਂ ਲਈ ਬੱਚਾ, ਭਾਵੇਂ ਉਹ ਮੁੰਡਾ ਹੋਵੇ, ਕੁੜੀ ਹੋਵੇ, ਮਹੰਤ ਹੋਵੇ, ਕੁਝ ਵੀ ਹੋਵੇ, ਮਾਂ ਲਈ ਬੱਚਾ ਬੱਚਾ ਹੀ ਹੁੰਦਾ, ਕਿਉਂਕਿ ਮਾਂ ਦੀ ਮਮਤਾ, ਪੇਰੈਂਟਸ ਦੀ ਮਮਤਾ, ਪਿਓ ਦੀ ਮਮਤਾ ਬੱਚੇ ਲਈ ਉਹੀ ਸੇਮ ਹੀ ਹੁੰਦੀ ਆ। ਇਹ ਜਿਹੜੀਆਂ ਕੈਟਾਗਰੀਜ਼ ਦਿੱਤੀਆਂ ਹੋਈਆਂ ਨੇ ਆਪਣੇ ਵਰਗੇ ਲੋਕਾਂ ਨੇ ਦਿੱਤੀਆਂ ਹੋਈਆਂ ਨੇ, ਹੈ ਨਾ। ਉਹ ਕਿੱਦਾਂ ਦਿੱਤੀਆਂ ਹੋਈਆਂ ਨੇ? ਮੰਨ ਲਓ ਜਿੱਦਾਂ ਮੇਰੇ ਘਰ ਦੇ ਵਿੱਚ ਜਨਮ ਹੋਇਆ ਤਾਂ ਲੋਕਾਂ ਨੇ ਤਾਨੇ ਮਿਹਣੇ ਮਾਰਨੇ ਸ਼ੁਰੂ ਕਰ ਦੇਣੇ, ਬਈ ਉਹਨਾਂ ਦੇ ਘਰ ਨਹੀਂ ਜਾਣਾ, ਉਹਨਾਂ ਦੇ ਘਰ ਤਾਂ ਖੁਸਰੇ ਆ, ਉਹਨਾਂ ਦਾ ਬੱਚਾ ਤਾਂ ਖੁਸਰਾ, ਉਹਨਾਂ ਦਾ ਬੱਚਾ ਤਾਂ ਮਹੰਤ, ਉਹਨਾਂ ਦਾ ਬੱਚਾ ਤਾਂ ਹਿਜੜਾ। ਤਾਂ ਮਾਂ ਪਿਓ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਫਰਸਟ੍ਰੇਟ ਹੋ ਜਾਂਦੀ ਆ, ਫੈਮਿਲੀ ਇਸ ਚੀਜ਼ ਤੋਂ ਪਰੇਸ਼ਾਨ ਹੋ ਜਾਂਦੀ ਆ, ਹੈ ਨਾ। ਬਾਕੀ ਇਹ ਕੈਟਾਗਰੀਜ਼ ਤਾਂ ਆਪਣੇ ਜਿਹੜੇ ਹੁਣ ਦੇ ਲੋਕ ਨੇ ਇਹਨਾਂ ਨੇ ਬਣਾਈਆਂ ਹੋਈਆਂ ਕੈਟਾਗਰੀਜ਼ ਨੇ, ਠੀਕ ਹੈ। ਐਂਡ ਸੈਕਿੰਡ ਥਿੰਕ, ਅੱਜ ਸਭ ਤੋਂ ਪਹਿਲਾਂ ਅਗਰ ਫੈਮਿਲੀ ਬੱਚੇ ਨੂੰ ਅਪਣਾਉਂਦੀ ਆ ਤਾਂ ਹੀ ਸਮਾਜ ਬੱਚੇ ਨੂੰ ਅਪਣਾਊਗਾ। ਕਿਤੇ ਨਾ ਕਿਤੇ ਬਹੁਤ ਆਪਾਂ ਦੇਖਦੇ ਹਾਂ ਕੇਸਿਸ ਦੇ ਵਿੱਚ ਫੈਮਿਲੀ ਹੀ ਬੱਚੇ ਨੂੰ ਨਹੀਂ ਅਪਣਾਉਂਦੀ, ਤਾਂ ਸੈਕਿੰਡ ਥਿੰਕ ਫਿਰ ਆਪਣਾ ਸਮਾਜ ਕਿੱਦਾਂ ਅਪਣਾ ਲਏਗਾ ਬੱਚੇ ਨੂੰ? ਫਸਟ ਆਫ ਆਲ ਫੈਮਿਲੀ ਨੂੰ ਬੱਚੇ ਨੂੰ ਅਪਣਾਉਣਾ ਚਾਹੀਦਾ। ਮੈਮ, ਜੇਕਰ ਅਸੀਂ ਸਮਾਜ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਨੇ, ਹੈ ਨਾ, ਜਿੱਦਾਂ ਕਿ ਤੁਸੀਂ ਵੀ ਗੱਲ ਕੀਤੀ ਕਿ ਬਾਏ ਬਰਥ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਉਹਦੇ ਨਾਲ ਕੀ ਹੋਣਾ ਹੈ ਨਾ। ਤੁਸੀਂ ਜਿਸ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ, ਹੈ ਨਾ, ਤੁਹਾਨੂੰ ਵੀ 11 ਸਾਲ ਦੀ ਉਮਰ ਦੇ ਵਿੱਚ ਪਤਾ ਲੱਗਾ, 14 ਸਾਲ ਹੋ ਗਏ ਘਰ ਛੱਡਿਆਂ ਨੂੰ। ਕਿਵੇਂ ਉਹ ਸਾਰੀ ਸਿਚੁਏਸ਼ਨ ਹੋਈ ਸੀਗੀ? ਦੇਖੋ, ਬੱਚਾ ਘਰ ਦੇ ਵਿੱਚ ਜਨਮ ਲੈਂਦਾ, ਨੋਰਮਲ ਬੱਚਿਆਂ ਦੀ ਤਰ੍ਹਾਂ ਮੈਂ ਵੀ ਘਰ ਦੇ ਵਿੱਚ ਰਹਿੰਦੀ ਸੀ। ਪੇਰੈਂਟਸ ਦਾ ਪਿਆਰ ਮਿਲਦਾ ਸੀ, ਫੈਮਿਲੀ ਦਾ ਪਿਆਰ ਮਿਲਦਾ ਸੀ, ਆਪਣੇ ਕਜ਼ਨਸ ਨਾਲ, ਆਪਣੇ ਬ੍ਰਦਰ ਸਿਸਟਰਸ ਦੇ ਨਾਲ ਘਰ ਦੇ ਵਿੱਚ ਖੇਡਣਾ ਸੀ ਨੇ, ਹੈ ਨਾ। ਘਰ ਇੱਕ ਬੱਚੇ ਦਾ ਸਮਾਜ, ਆਪਣਾ ਇੱਕ ਦੁਨੀਆ ਹੁੰਦੀ ਆ ਬੱਚੇ ਦੀ। ਛੋਟੇ ਬੱਚੇ ਲਈ ਇੱਕ ਜਿਹੜਾ ਉਹਨਾਂ ਦਾ ਘਰ ਹੁੰਦਾ, ਉਹਨਾਂ ਦੀ ਇੱਕ ਪਰਸਨਲ ਦੁਨੀਆ ਹੁੰਦੀ ਆ ਉੱਥੇ। ਉਹ ਦੁਨੀਆ ਦੇ ਵਿੱਚ ਮੈਂ ਰਹਿ ਰਹੀ ਸੀ, ਵਸ ਰਹੀ ਸੀ। ਸਡਨਲੀ ਕੀ ਹੁੰਦਾ, ਜਦੋਂ ਮੇਰੀ ਕਮਿਊਨਿਟੀ ਦੇ ਲੋਕਾਂ ਨੂੰ ਪਤਾ ਲੱਗਦਾ ਕਿ ਮੈਂ ਇੱਕ ਮਹੰਤ ਹਾਂ ਤਾਂ ਮੈਨੂੰ ਲੈ ਜਾਂਦੇ ਆ, ਤਾਂ ਉੱਥੇ ਬਹੁਤ ਦੁੱਖ ਲੱਗਦਾ, ਤਕਲੀਫ ਲੱਗਦੀ ਹੈ ਕਿ ਇੱਕ ਬੱਚਾ ਜਿਹਨੇ ਕਦੇ ਬਾਹਰ ਨਹੀਂ ਕੁਝ ਵੀ ਦੇਖਿਆ ਹੁੰਦਾ, ਸਮਾਜ ਦਾ ਨਹੀਂ ਪਤਾ ਹੁੰਦਾ, ਦੁਨੀਆਦਾਰੀ ਦਾ ਨਹੀਂ ਪਤਾ ਹੁੰਦਾ, ਉਹਨੂੰ ਆਪਣਾ ਘਰ ਛੱਡ ਕੇ ਬਾਹਰ ਜਾ ਕੇ ਰਹਿਣਾ ਬੜਾ ਔਖਾ ਹੁੰਦਾ, ਡਿਫਿਕਲਟ ਹੁੰਦਾ, ਹੈ ਨਾ। ਸੋ ਮਾਂ ਪਿਓ ਆਪਣੇ ਬੱਚੇ ਦੀ ਬੜੀ ਜਿਹੜੀ ਕੇਅਰ ਕਰਦੇ ਆ, ਉਹਨੂੰ ਟਾਈਮ 'ਤੇ ਖਾਣਾ ਦੇਣਾ, ਟਾਈਮ 'ਤੇ ਹਰ ਚੀਜ਼ ਦੇਣੀ। ਬਾਹਰ ਜਦੋਂ ਜਾਂਦੇ ਆ ਮਾਂ ਪਿਓ ਨਾਲ ਨਹੀਂ ਹੁੰਦੇ, ਹੈ ਨਾ। ਅਤੇ ਜੋ ਮਾਂ ਪਿਓ ਕਰ ਸਕਦੇ ਆ ਬੱਚੇ ਲਈ, ਸ਼ਾਇਦ ਮੇ ਵੀ ਕੋਈ ਕਰ ਹੀ ਨਹੀਂ ਸਕਦਾ, ਹੈ ਨਾ। ਸੋ ਬੜਾ ਇੱਕ ਦੁਖਦਾਈ ਟਾਈਮ ਸੀ।
ਇੱਕ ਜਦੋਂ ਤੁਸੀਂ ਆਪਣੀ ਪਹਿਚਾਣ ਨਹੀਂ ਲੜਨਾ ਹੁੰਦਾ, ਦੂਸਰਾ ਜਦੋਂ ਲੋਕ ਜਿਵੇਂ ਕਿ ਤੁਸੀਂ ਕਿਹਾ ਕਿ ਕਹਿਣ ਲੱਗ ਜਾਂਦੇ ਕਿ ਉਸ ਘਰ ਨਹੀਂ ਜਾਣਾ, ਉਸ ਘਰ ਕਿੰਨਰ ਨੇ, ਉਸ ਘਰ ਖੁਸਰੇ ਨੇ, ਹੈ ਨਾ। ਤਾਂ ਇਹ ਧਾਰਨਾ ਬਣੀ ਹੋਈ ਹੈ ਕਿ ਜੇ ਸਾਡਾ ਬੱਚਾ ਕਿੰਨਰ ਜੇ ਦੇ ਨਾਲ ਖੇਡਦਾ ਹੈ ਤਾਂ ਉਹ ਵੀ ਉੱਦਾਂ ਦਾ ਬਣ ਜਾਊਗਾ। ਕੀ ਕਹੋਗੇ ਇਸ ਸੋਚ ਦੇ ਬਾਰੇ? ਫਸਟ ਆਫ ਆਲ ਜਿੱਦਾਂ ਲੋਕਾਂ ਨੂੰ ਲੱਗਦਾ ਨਾ ਵੀ ਅਗਰ ਸਾਡਾ ਬੱਚਾ ਕਿਸੇ LGBT ਕਮਿਊਨਿਟੀ ਦੇ ਬੱਚੇ ਦੇ ਟੱਚ 'ਚ ਰਹਿੰਦਾ ਜਾਂ ਫਿਰ ਕਿਸੇ ਮਹੰਤ ਦੇ ਨਾਲ ਖੇਡਦਾ ਜਾਂ ਮਹੰਤ ਬੱਚੇ ਨਾਲ ਰਹਿੰਦਾ, ਤਾਂ ਇੱਕ ਗੱਲ ਦੱਸੋ, ਅਗਰ ਇਹ ਕਿਹਾ ਜਾਂਦਾ ਵੀ ਸਾਡਾ ਬੱਚਾ ਵੀ ਮਹੰਤ ਬਣ ਜੂ ਤਾਂ ਫਿਰ ਅਸੀਂ ਇੱਦਾਂ ਕਰਦੇ ਹਾਂ, ਮੈਂ ਕਿਸੇ ਮਹੰਤ ਨੂੰ ਨੋਰਮਲ ਮੁੰਡੇ ਕੁੜੀਆਂ 'ਚ ਭੇਜਦੀ ਹਾਂ, ਸ਼ਾਇਦ ਸਾਡਾ ਮਹੰਤ ਬੱਚਾ ਠੀਕ ਹੋ ਕੇ ਵਾਪਸ ਆਵੇ ਘਰ, ਹੈ ਨਾ। ਇੱਕ ਕਾਮਨ ਸੈਂਸ ਵਾਲੀ ਗੱਲ ਆ ਕਿ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਆ ਵੀ ਹੱਥ ਲਾਉਣ ਨਾਲ ਜਾਂ ਨਾਲ ਟੱਚ 'ਚ ਰਹਿਣ ਨਾਲ ਹੋ ਜੂਗੀ। ਇਹ ਤਾਂ ਦੇਖੋ ਕਾਲਪੁਰਖ ਵਾਹਿਗੁਰੂ ਹੈ ਨਾ, ਗੁਰੂ ਰਾਮਦਾਸ ਮਹਾਰਾਜ ਜਿੱਥੇ ਬੰਦੇ ਨੂੰ ਖੜਾਉਂਦਾ ਉੱਥੇ ਰਹਿਣਾ ਪੈਂਦਾ, ਠੀਕ ਆ। ਇਟ ਵਾਸ ਵੀ ਜਸਟ ਅ ਸੈਕਸ਼ੁਅਲਿਟੀ। ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ, ਕੋਈ ਬਿਮਾਰੀ ਨਹੀਂ ਆ ਬਾਇਓਲੋਜੀਕਲੀ, ਇਹ ਇੱਕ ਸੈਕਸ਼ੁਅਲਿਟੀ ਆ। ਜਦੋਂ ਤੁਹਾਨੂੰ ਪਤਾ ਲੱਗਾ, ਤੁਹਾਨੂੰ ਲੈਣ ਆਏ ਹੈ ਨਾ LGBT ਕਮਿਊਨਿਟੀ ਦੇ ਪਰਸਨ, ਤਾਂ ਤੁਸੀਂ ਉੱਥੇ ਆ ਗਏ। ਜਦੋਂ ਲਾਈਫ ਟੋਟਲੀ ਕਦੇ ਤੁਸੀਂ ਹੈ ਨਾ ਨੋਰਮਲ ਲਾਈਫ ਜੀ ਰਹੇ ਹੋ, ਹੈ ਨਾ, ਆਪਣੀ ਮਰਜ਼ੀ ਨਾਲ ਸਟੱਡੀ ਕਰ ਰਹੇ ਹੋ, ਹਾਲਾਂਕਿ ਸਟੱਡੀ ਤੁਸੀਂ ਬਾਅਦ 'ਚ ਵੀ ਕੰਟੀਨਿਊ ਕੀਤੀ, ਮੁਸ਼ਕਿਲਾਂ ਭਾਵੇਂ ਆਈਆਂ, ਪਰ ਉਹ ਦੌਰ ਦੇ ਵਿੱਚੋਂ ਨਿਕਲ ਕੇ ਜਦੋਂ ਇਸ ਦੌਰ ਦੇ ਵਿੱਚ ਆਏ ਤੇ ਅਚੰਭਾ ਲੱਗਾ ਸੀਗਾ ਜਾਂ ਮਤਲਬ ਖੁਸ਼ੀ ਇਸ ਚੀਜ਼ ਨੂੰ ਅਸੈਪਟ ਕਰ ਲਿਆ ਸੀਗਾ ਕਿ ਪ੍ਰਮਾਤਮਾ ਨੇ ਜਿੱਦਾਂ ਕੀਤਾ ਉੱਦਾਂ ਸਹੀ ਆ? ਦੇਖੋ, ਖੁਸ਼ੀ ਦਾ ਮਾਹੌਲ ਤਾਂ ਬਿਲਕੁਲ ਵੀ ਨਹੀਂ ਸੀ, ਹੈ ਨਾ। ਇੱਕ ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਬੰਦਾ ਜਾਂ ਤਾਂ ਵਕਤਾਂ ਦਾ ਵਿਗੜਦਾ ਜਾਂ ਤਖਤਾਂ ਦਾ ਵਿਗੜਦਾ, ਹੈ ਨਾ। ਅਤੇ ਅਸੀਂ ਵਕਤਾਂ ਨੇ ਸਾਨੂੰ ਘਰੋਂ ਕੱਢਿਆ। ਵਕਤ ਦੀ ਮਾਰ ਬੜੀ ਬੁਰੀ ਮਾਰ ਹੁੰਦੀ ਹੈ ਇਨਸਾਨ ਨੂੰ, ਵਕਤ ਕਿਸੇ 'ਤੇ ਵੀ ਪੈ ਸਕਦਾ, ਹੈ ਨਾ। ਸੋ ਬੜਾ ਬੁਰਾ ਸਮਾਂ ਸੀ ਮੇਰੇ ਲਈ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਬੱਚੇ ਨੇ ਘਰ ਦੇ ਵਿੱਚ ਇੰਨੀ ਐਸ਼ਪ੍ਰਸਤੀ ਕਰੀ ਹੋਵੇ, ਹੈ ਨਾ, ਅਤੇ ਸਾਰੀਆਂ ਫੈਸਿਲਿਟੀਜ਼ ਛੱਡ ਕੇ ਮਾਂ ਪਿਓ ਦੇ ਘਰ ਦੀਆਂ ਬਾਹਰ ਜਾ ਕੇ ਆਪਣੀ ਬਰਾਦਰੀ ਨਾਲ, ਆਪਣੀ ਕਮਿਊਨਿਟੀ ਨਾਲ ਰਹਿਣਾ, ਫਿਰ ਵਧਾਈਆਂ 'ਤੇ ਜਾਣਾ, ਹੈ ਨਾ, ਘਰ ਘਰ ਜਾ ਕੇ ਮੰਗਣਾ, ਤਾਂ ਬੜਾ ਔਖਾ ਲੱਗਦਾ। ਅਤੇ ਫਿਰ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਸੂਲ ਰੱਖਿਆ ਕਿ ਮੈਂ ਹਰ ਚੀਜ਼ ਨੂੰ ਛੇਤੀ ਐਕਸੈਪਟ ਕਰ ਲੈਂਦੀ ਹਾਂ, ਅਤੇ ਮੈਂ ਹਮੇਸ਼ਾ ਸੋਚਦੀ ਹਾਂ ਕਿ ਮੂਵ ਔਨ ਕਰਨਾ ਹੀ ਜ਼ਿੰਦਗੀ ਦੀ ਅਸਲ ਸੱਚਾਈ ਆ, ਅਤੇ ਇਹ ਇਟਸ ਅ ਟਰੂ। ਤਾਂ ਮੈਂ ਸੋਚਿਆ ਸੀਗਾ, ਮੈਂ 3-4 ਮਹੀਨੇ ਮੈਨੂੰ ਔਖਾ ਲੱਗਿਆ, ਫਿਰ ਮੈਂ ਮੂਵ ਔਨ ਕਰ ਗਈ ਕਿ ਨਹੀਂ, ਆਪਾਂ ਮਹੰਤ ਹੈਗੇ ਆ, ਇਹ ਆਪਣੀ ਸੱਚਾਈ ਆ, ਇਹ ਆਪਣੀ ਸੈਕਸ਼ੁਅਲਿਟੀ ਆ, ਦੈਨ ਆਪਾਂ ਇਸ ਚੀਜ਼ ਤੋਂ ਹੀ ਅੱਗੇ ਵਧਣਾ, ਇਸ ਚੀਜ਼ ਨੂੰ ਕਮਜ਼ੋਰੀ ਨਹੀਂ ਬਣਾਉਣਾ, ਇਸ ਚੀਜ਼ ਨੂੰ ਤਾਕਤ ਬਣਾਉਣਾ। ਅਸੀਂ ਪਹਿਲਾਂ ਵੀ ਗੱਲਾਂ ਕੀਤੀਆਂ, ਦੇਖਣ ਨੂੰ ਲੱਗਦਾ ਤਨਵੀਰ ਬੋਲਡ ਤਾਂ ਹੈਗੇ ਨੇ, ਸਟਰੋਂਗ ਬਹੁਤ ਲੱਗਦੇ ਨੇ, ਪਰ ਜਦੋਂ ਅਸੀਂ ਗੱਲਾਂ ਕੀਤੀਆਂ ਤਾਂ ਤਨਵੀਰ ਕਮਰੇ 'ਚ ਬਹਿ ਕੇ ਇਕੱਲੀ ਵੀ ਰੋ ਲੈਂਦੀ ਆ, ਉਹ ਵੀ ਪੱਖ ਹੈ। ਅਤੇ ਅਸੀਂ ਇਮੋਸ਼ਨਲ ਫੈਕਟਰ ਇਹਨਾਂ ਦਾ ਹੁਣ ਵੀ ਦੇਖਿਆ ਸੀਗਾ ਕਿ ਬੜੀ ਜਲਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ, ਇੱਕ ਨਾਰੀਅਲ ਦੀ ਤਰ੍ਹਾਂ ਨੇ, ਬਾਹਰੋਂ ਦੇਖਣ ਨੂੰ ਸਖਤ ਲੱਗਦੇ ਨੇ ਪਰ ਵਿੱਚੋਂ ਬੜੇ ਸੌਫਟ ਆ। ਦੇਖੋ, ਇੱਕ ਜ਼ਿੰਦਗੀ ਦੇ ਵਿੱਚ ਬੋਲਡ, ਜਿੱਦਾਂ ਮੈਨੂੰ ਕਹਿ ਦਿੰਦੇ ਤਨਵੀਰ ਜੀ ਤੁਹਾਡੀ ਪਰਸਨੈਲਿਟੀ ਬਹੁਤ ਬੋਲਡ ਹੈ ਨਾ। ਐਕਚੁਅਲ ਦੇ ਵਿੱਚ ਸਮਾਜ ਦੇ ਵਿੱਚ ਵਿਚਰਨ ਲਈ, ਹੈ ਨਾ, ਕੋਈ ਵੀ ਔਰਤ ਹੈ, ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ, ਫਿਰ ਵੀ ਸਮਾਂ ਚੇਂਜ ਹੋ ਗਿਆ ਪਰ ਅੱਜ ਵੀ ਇਹ ਸਮਾਜ ਮਰਦ ਪ੍ਰਧਾਨ ਸਮਾਜ ਹੈ। ਇੱਥੇ ਵਿਚਰਨ ਲਈ ਆਪਦੇ ਆਪ ਨੂੰ ਐਜ਼ ਆ ਇੱਕ ਮਰਦਾਂ ਦੀ ਤਰ੍ਹਾਂ ਆਪਦੇ ਆਪ ਨੂੰ ਰੱਖਣਾ ਪੈਂਦਾ, ਹਰ ਗੱਲ ਦੇ ਵਿੱਚ ਦਲੇਰੀ, ਹਰ ਗੱਲ ਦੇ ਵਿੱਚ ਹਿੰਮਤ ਔਰ ਜਜ਼ਬਾ ਲੈ ਕੇ। ਪਰ ਕਿਤੇ ਨਾ ਕਿਤੇ ਜਦੋਂ ਇਕੱਲੇ ਰਹਿ ਜਾਂਦੇ ਆ, ਇਕੱਲੇ ਹੈਗੇ ਆ ਜ਼ਿੰਦਗੀ ਦੇ ਵਿੱਚ, ਹੈ ਨਾ, ਐਜ਼ ਆ ਮਹੰਤ, ਉੱਦਾਂ ਸਾਰੇ ਪਿਆਰ ਕਰਦੇ ਨੇ, ਮੇਰੇ ਜਜਮਾਨ, ਮੇਰੇ ਸ਼ਹਿਰ ਵਾਸੀ, ਰਾਜਪੁਰਾ ਵਾਸੀ, ਅਤੇ ਮੇਰੇ ਪਿੰਡਾਂ ਦੇ ਜਜਮਾਨ, ਸਾਰੇ ਦੋਸਤ ਮਿੱਤਰ ਜਿਨ੍ਹਾਂ ਨੈਟਵਰਕ ਆ, ਬੜੇ ਪਿਆਰ ਕਰਦੇ ਨੇ, ਹੈ ਨਾ। ਪਰ ਕਿਤੇ ਨਾ ਕਿਤੇ ਇੱਕ ਸੱਚਾਈ ਹੈਗੀ ਆ ਮਹੰਤੀ ਲਾਈਫ ਦੀ ਕਿ ਅਸੀਂ ਇਕੱਲੇ ਔਰ ਤਨਹਾ ਲੋਕ ਹਾਂ। ਤਨਹਾ ਲੋਕ ਹੈਗੇ ਆ ਕਿਉਂਕਿ ਕੋਈ ਹਮਸਫਰ ਨਹੀਂ ਹੁੰਦਾ, ਕੋਈ ਬੱਚੇ ਨਹੀਂ ਹੁੰਦੇ ਆਪਣੇ, ਹੈ ਨਾ। ਤਾਂ ਇਸ ਕਰਕੇ ਕਿਤੇ ਨਾ ਕਿਤੇ ਕੋਈ ਵੀ ਜਿੰਨਾ ਵੀ ਮਰਜ਼ੀ ਸਟਰੋਂਗ ਬੰਦਾ ਹੋਵੇ, ਉਹ ਹੋ ਹੀ ਜਾਂਦਾ ਕਦੇ ਨਾ ਕਦੇ ਦਿਲ ਨੂੰ ਬੈਠੀ ਜਦੋਂ ਕਦੇ ਹੋਈ ਹੈ ਨਾ। ਤਾਂ ਇਸ ਕਰਕੇ ਅਸੀਂ ਤੁਹਾਨੂੰ ਦੇਖਿਆ, ਤੁਹਾਨੂੰ ਇੱਥੇ ਸਾਡੇ ਹੁੰਦੇ ਆ ਤੁਹਾਨੂੰ ਬਹੁਤ ਸਾਰੇ ਲੋਕ ਧੀਆਂ ਵਾਂਗੂ ਪਿਆਰ ਕਰਦੇ ਨੇ, ਹੈ ਨਾ, ਵੀ ਉਦੋਂ ਆਪਣਾਪਨ ਫੀਲ ਹੁੰਦਾ ਹੈ ਕਿ ਇਹ ਲੋਕ ਪਰਮਾਤਮਾ ਨੇ ਸਾਨੂੰ ਜ਼ਿਆਦਾ ਸਪੈਸ਼ਲ ਬਣਾਇਆ ਹੈ ਕਿ ਸਾਡੇ ਕੋਲੋਂ ਇੰਨੇ ਲੋਕਾਂ ਦਾ ਪਿਆਰ ਸਾਨੂੰ ਮਿਲਦਾ ਹੈ। ਹੁਣ ਮੈਨੂੰ ਤੁਸੀਂ ਦੁਬਾਰਾ ਇਮੋਸ਼ਨਲ ਕਰ ਦੇਣਾ ਇਸ ਗੱਲ ਤੋਂ। ਅਤੇ ਇੱਕ ਮੈਂ ਗੱਲ ਦੱਸਦੀ ਹਾਂ, ਅਗਰ ਮੈਂ ਪਿੱਛੇ ਆਪਣੀ ਫੈਮਿਲੀ ਨੂੰ ਛੱਡ ਕੇ ਆਈ ਹਾਂ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ, ਪਰਮਾਤਮਾ ਨੇ ਇੰਨੀ ਵੱਡੀ ਫੈਮਿਲੀ ਦਿੱਤੀ, ਹੈ ਨਾ। ਸਾਰੇ ਇੰਨਾ ਪਿਆਰ ਕਰਦੇ ਆ, ਬੜਾ ਹੀ ਐਪਰੀਸ਼ੀਏਟ ਕਰਦੇ ਆ ਹਰ ਚੀਜ਼ ਦੇ ਵਿੱਚ, ਬੜਾ ਹੀ ਪਿਆਰ ਕਰਦੇ ਆ। ਮੈਂ ਕਿਤੇ ਚਲੀ ਜਾਵਾਂ ਮੈਨੂੰ ਵਾਰੀ ਕਾਲ ਕਰਕੇ ਪੁੱਛਦੇ ਆ, ਤਨਵੀਰ ਤੂੰ ਘਰ ਨਹੀਂ ਆਈ, ਅਸੀਂ ਦੇਖਦੇ ਹਾਂ ਤੂੰ ਅੱਜ ਸਾਡੇ ਘਰ ਨਹੀਂ ਆਈ, ਤੂੰ ਰੋਟੀ ਖਾ ਲਈ, ਤੂੰ ਠੀਕ ਹੈ, ਕਦੇ ਬਿਮਾਰ ਹੋ ਜਾ ਤਾਂ ਕੋਈ ਗੱਲ ਨਹੀਂ, ਵੀ ਜੇ ਪਰਮਾਤਮਾ ਨੇ ਇੱਕ ਚੀਜ਼ ਖੋਈ ਆ ਤਾਂ ਹੋਰ ਚੀਜ਼ਾਂ ਦਿੱਤੀਆਂ ਵੀ ਬਹੁਤ ਨੇ, ਹੈ ਨਾ। ਇਸ ਕਰਕੇ
ਅੱਛਾ, ਇਹ ਵੀ ਗੱਲਾਂ ਆਪਾਂ ਕਰਦੇ ਸੀਗੇ ਕਿ ਜਦੋਂ ਕਿਤੇ ਵਧਾਈ ਲੈਣ ਜਾਂਦੇ ਆ ਤੇ ਘਰੇ ਮਤਲਬ ਐਵੇਂ ਲੱਗਦਾ ਕਿ ਤੁਸੀਂ ਆਪਣੇ ਘਰ ਗਏ ਹੋ, ਉੱਥੇ ਜਾਂਦੇ ਹੋ, ਬੱਚਿਆਂ ਨਾਲ ਖੇਡ ਕੇ ਵਾਪਸ ਆ ਜਾਂਦੇ ਹੋ। ਮੇਰਾ ਇੱਥੇ ਏਰੀਏ ਦੇ ਵਿੱਚ ਇੰਨਾ ਜ਼ਿਆਦਾ ਪ੍ਰੇਮ ਪਿਆਰ ਹੈਗਾ ਤੇ ਸਾਰੇ ਬੜਾ ਪਿਆਰ ਕਰਦੇ ਨੇ ਵੀ ਇੱਥੇ ਕਦੀ ਵੀ ਉਹਨਾਂ ਨੇ ਮੈਨੂੰ ਐਜ਼ ਅ ਮਹੰਤ ਟਰੀਟ ਨਹੀਂ ਕਰਿਆ, ਉਹਨਾਂ ਨੇ ਮੈਨੂੰ ਆਪਣੇ ਧੀਆਂ ਪੁੱਤਾਂ ਵਾਂਗੂ ਪਿਆਰ ਕਰਿਆ ਹੈ ਨਾ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਰਾਜਪੁਰਾ ਵਾਸੀਆਂ ਦੀ, ਮੇਰੇ ਰਾਜਪੁਰਾ ਹਲਕਾ ਵਾਸੀਆਂ ਦੀ, ਸ਼ਹਿਰ ਵਾਸੀਆਂ ਦੀ ਤੇ ਪਿੰਡ ਵਾਲੇ ਵਾਸੀਆਂ ਦੀ। ਤੇ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਮੈਨੂੰ ਕਦੇ ਐਦਾਂ ਮਹਾਨਤਾ ਵਾਂਗੂ ਟਰੀਟ ਨਹੀਂ ਕਰਿਆ, ਮੋਸਟਲੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਮੈਨੂੰ ਹੱਸਣ ਲਾ ਦਿੰਦੇ ਨੇ, ਤਨਵੀਰ ਨੱਚਣ ਨੂੰ ਕੀ ਅੰਦਰ ਆ ਬੈਠ ਰੋਟੀ ਖਾ ਤੇ ਵਧਾਈ ਲੈ ਚੱਲ ਜਾ। ਪਹਿਲੀ ਗੱਲ ਤਾਂ ਮੈਨੂੰ ਜਾਣ ਹੀ ਨਹੀਂ ਦਿੰਦੇ, ਬੈਠੇ ਰਹਿ ਤੂੰ ਘੰਟਾ ਘੰਟਾ 2-2 ਘੰਟੇ ਹੈ ਨਾ। ਤੇ ਬੜਾ ਪਿਆਰ ਕਰਦੇ ਨੇ ਤੇ ਲੱਕੀ ਵੀ ਮੰਨਦੀ ਹਾਂ ਮੋਰ ਦੈਨ ਅਨਦਰ ਪਰਸਨਸ। ਮੈਂ ਬਹੁਤ ਲੱਕੀ ਮੰਨਦੀ ਹਾਂ ਆਪਣੇ ਆਪ ਨੂੰ ਕਿ ਇੰਨਾ ਪਿਆਰ ਔਰ ਐਪਰੀਸ਼ੀਏਟ ਕਰਦੇ ਨੇ ਹੈ ਨਾ, ਇਸ ਕਰਕੇ। ਅੱਛਾ, ਜਿਸ ਘਰ ਤੋਂ ਜਨਮ ਲਿਆ ਉਹਨਾਂ ਨਾਲ ਰਾਬਤਾ ਹੈਗਾ, ਮਾਂ-ਬਾਪ ਨਾਲ ਹੁਣ ਰਾਬਤਾ ਹੈਗਾ ਤੁਹਾਡਾ? ਜੀ ਉਹਨਾਂ ਨਾਲ ਰਾਬਤਾ ਹੁੰਦਾ ਹੈਗਾ, ਗੱਲਬਾਤ ਹੁੰਦੀ ਆ ਆਉਂਦੇ ਆ ਉਹ ਵੀ, ਮੈਂ ਵੀ ਚਲੀ ਜਾਂਦੀ ਹਾਂ ਨਾ ਕਦੇ ਕਦਾਰ ਮਾੜਾ ਮੋਟਾ ਕਦੇ ਮਿਲਣ। ਪਰ ਜਦੋਂ ਆਪਾਂ ਬਿਰਾਦਰੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਆਉਂਦੇ ਆ ਨਾ ਤਾਂ ਸਾਡੇ ਮਾਂ-ਬਾਪ ਨਾਲ ਜਿੰਨਾ ਸਾਡਾ ਸਫ਼ਰ ਸੀ ਉਹ ਉੱਥੇ ਹੀ ਖਤਮ ਹੋ ਗਿਆ ਸੀ ਹੈ ਨਾ। ਅਗਰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਅੱਗੇ ਲਿਖਿਆ ਹੁੰਦਾ ਤਾਂ ਅਸੀਂ ਉਹਨਾਂ ਦੇ ਨਾਲ ਰਹਿਣਾ ਸੀਗਾ। ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਰਹਿ ਰਹੇ ਹਾਂ, ਇਹਨਾਂ ਨਾਲ ਹੀ ਸਾਡਾ ਪ੍ਰੇਮ ਪਿਆਰ, ਇਹਨਾਂ ਨਾਲ ਹੀ ਕਮਿਊਨਿਟੀ ਵਾਲਿਆਂ ਨਾਲ ਸਭ ਕੁਛ ਹੈ, ਮਹੰਤ ਬਰਾਦਰੀ ਦੇ ਨਾਲ। ਤੇ ਉਹ ਮਤਲਬ ਪਰ ਸਾਡਾ ਮਹੰਤਾਂ ਦਾ ਮਤਲਬ ਵੀ ਇੰਨਾ ਨਹੀਂ ਹੁੰਦਾ ਜਿੰਨਾ ਹੋਰ ਬੱਚਿਆਂ ਦਾ ਹੁੰਦਾ ਹੈ ਨਾ, ਨੋਰਮਲ ਮੁੰਡੇ ਕੁੜੀਆਂ ਦਾ। ਉਹ ਸਾਡਾ ਲਿੰਕ ਕਿਤੇ ਨਾ ਕਿਤੇ ਖਤਮ ਹੋ ਜਾਂਦਾ ਮਾਂ ਬਾਪ ਨਾਲ, ਭੈਣ ਭਰਾਵਾਂ ਨਾਲ, ਫੈਮਿਲੀ ਨਾਲ, ਕੁਦਰਤ ਵੱਲੋਂ ਹੀ ਟੁੱਟ ਜਾਂਦਾ। ਕਿਉਂਕਿ 10-11 ਸਾਲ ਦੀ ਸੀ ਜਦੋਂ ਘਰ ਤੋਂ ਨਿਕਲ ਗਏ, ਬਾਹਰ ਹੀ ਰਹੇ, ਬਾਹਰ ਹੀ ਪੜ੍ਹੇ, ਬਾਹਰ ਹੀ ਰਹਿਣਾ ਸਹਿਣਾ ਹੋਇਆ, ਉੱਥੇ ਬਚਪਨ ਜਵਾਨੀ, ਬਚਪਨ ਨਿਕਲ ਗਿਆ, ਜਵਾਨੀ ਵੀ ਨਿਕਲ ਜਾਣੀ, ਹੁਣ ਇੱਥੇ ਬੁਢਾਪਾ ਨਿਕਲ ਜਾਣਾ ਕਮਿਊਨਿਟੀ ਦੇ ਅੰਦਰ। ਫਿਰ ਇਸ ਕਰਕੇ ਉਹਨਾਂ ਨਾਲ ਥੋੜ੍ਹਾ ਜਿਹਾ ਮਤਲਬ ਵੀ ਉਹਨਾਂ ਲਗਾਵ ਘੱਟ ਹੋ ਜਾਂਦਾ, ਜਿੱਦਾਂ ਜਿੱਦਾਂ ਦੂਰ ਰਹਿੰਦੇ ਲਗਾਵ ਘਟੀ ਜਾਂਦਾ ਹੈ ਨਾ। ਲਗਾਵ ਤਾਂ ਮਾਂ ਪਿਓ ਨਾਲ ਤਾਂ ਤਾਰਾਂ ਜੁੜੀਆਂ ਹੁੰਦੀਆਂ ਹੈ ਨਾ, ਪਰ ਜਿਹੜੀ ਆਪਾਂ ਕਮਿਊਨਿਟੀ ਦੇ ਵਿੱਚ ਰਹਿ ਰਹੇ ਹਾਂ 24 ਆਵਰਸ, ਉਹਨਾਂ ਦੇ ਨਾਲ ਆਪਾਂ ਕੰਮ ਕਰਦੇ ਹਾਂ, ਉਹਨਾਂ ਦੇ ਵਿੱਚ ਹੀ ਰਹਿਣਾ। ਕਿਉਂਕਿ ਸਾਡੀ ਪਰਸਨਲ ਔਰ ਪ੍ਰੋਫੈਸ਼ਨਲ ਲਾਈਫ ਇੱਕੋ ਆ ਮਹੰਤਾਂ ਦੀ। ਨੋਰਮਲ ਲੋਕਾਂ ਦੀ ਪਰਸਨਲ ਲਾਈਫ ਕਿੱਦਾਂ ਹੁੰਦੀ, ਉਹ ਆਪਣੇ ਘਰ 'ਚ ਆਉਂਦੇ, ਉਹਨਾਂ ਦੀ ਪਰਸਨਲ ਲਾਈਫ ਆ। ਪ੍ਰੋਫੈਸ਼ਨਲ ਲਾਈਫ ਉਹ ਜੋਬ ਲਈ ਜਾਂਦੀ, ਉੱਥੇ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਹੋ ਜਾਂਦੀ। ਪਰ ਸਾਡੀ ਲਾਈਫ ਇੱਕੋ ਹੀ ਆ, ਅਸੀਂ ਮਹੰਤਾਂ 'ਚ ਹੀ ਰਹਿਣੇ ਆ, ਉੱਥੇ ਹੀ ਰਹਿਣਾ, ਉੱਥੇ ਹੀ ਕਮਾਉਣਾ, ਉੱਥੇ ਹੀ ਖਾਣਾ। ਸਾਡੀ ਪ੍ਰੋਫੈਸ਼ਨਲ ਔਰ ਪਰਸਨਲ ਲਾਈਫ ਇੱਕੋ ਹੋ ਗਈ ਇਸ ਕਰਕੇ। ਜਦੋਂ ਥਰਡ ਕਮਿਊਨਿਟੀ ਦੀ ਅਸੀਂ ਗੱਲ ਕਰੀਏ, ਚਾਹੇ ਜਿੰਨਾ ਮਰਜ਼ੀ ਓਪਨ ਮਾਈਂਡਡ ਹੋ ਗਏ ਨੇ ਲੋਕ, ਪਰ ਫਿਰ ਵੀ ਕਿਤੇ ਨਾ ਕਿਤੇ ਇੱਦਾਂ ਦੇ ਲੋਕ ਨੇ ਜਿਹੜੇ ਕਿ ਕਮੈਂਟਿੰਗ ਕਰਦੇ ਨੇ। ਜੇਕਰ ਕੋਈ ਥਰਡ ਜੈਂਡਰ ਦਾ ਪਰਸਨ ਤੁਰਿਆ ਹੁੰਦਾ ਹੈ ਤਾਂ ਪੂਰਾ ਸਕੈਨ ਕੀਤਾ ਜਾਂਦਾ ਹੈ, ਦੇਖਣ ਤੇ ਬੋਲਣ ਦਾ ਨਜ਼ਰੀਆ ਚੇਂਜ ਹੋ ਜਾਂਦਾ ਲੋਕਾਂ ਦਾ। ਇਹਨਾਂ ਚੀਜ਼ਾਂ ਨੂੰ ਵੀ ਫੇਸ ਕਰਨਾ ਪਿਆ, ਹਾਲਾਂਕਿ ਤੁਹਾਨੂੰ ਪਿਆਰ ਬਹੁਤ ਮਿਲਦਾ ਜਿੱਥੇ ਤੁਸੀਂ ਰਹਿ ਰਹੇ ਹੋ। ਇੱਕ ਮੈਨੂੰ ਗੱਲ ਦੱਸੋ, ਤੁਸੀਂ ਇੱਕ ਜਿੱਦਾਂ ਕਹਿੰਦੇ ਤਾੜੀ ਹਮੇਸ਼ਾ 2 ਹੱਥ ਨਾਲ ਵੱਜਦੀ ਆ। ਮੈਂ ਤਾਂ ਸਿੱਧੀ ਗੱਲ ਕਹੂੰਗੀ, ਭਾਵੇਂ ਕਿਸੇ ਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਦਾ, ਮੇਰੀ ਕਮਿਊਨਿਟੀ ਦੇ ਲੋਕਾਂ ਦੇ ਵੀ ਕੁਛ ਦੇ ਲੱਛਣ ਖਰਾਬ ਨੇ। ਇੱਕ ਜਿੱਦਾਂ ਕਹਿ ਦਈਏ ਨਕਲੀ ਚੀਜ਼ਾਂ ਬਹੁਤ ਹੋ ਗਈਆਂ, ਅਸਲ ਬਾਅਦ 'ਚੋਂ ਆਉਂਦੀਆਂ, ਨਕਲ ਪਹਿਲਾਂ ਆ ਜਾਂਦੀਆਂ ਹੈ ਨਾ। ਉਹ ਲੋਕ ਕਿੱਦਾਂ ਕਰਦੇ ਨੇ, ਮਾਹੌਲ ਖ਼ਰਾਬ ਕਰਦੇ ਨੇ, ਪਬਲਿਕ ਪਲੇਸ 'ਤੇ ਹੁੱਲੜਬਾਜ਼ੀ ਕਰਦੇ ਨੇ ਹੈ ਨਾ। ਲੋਕਾਂ ਦੇ ਨਾਲ ਆਪ ਸ਼ਨਾਪ ਬੋਲਦੇ ਨੇ ਲੋਕਾਂ ਨੂੰ, ਉਹ ਪਬਲਿਕ ਫਿਰ ਉਹਨਾਂ ਨਾਲ ਕਿੱਦਾਂ ਰਿਐਕਟ ਕਰੂਗੀ, ਉਹਨਾਂ ਨੂੰ ਕਿੱਦਾਂ, ਜਦੋਂ ਇੰਨਾ ਮਿਸਬਿਹੇਵ ਕਰਦੇ ਨੇ। ਲੋਕਾਂ ਦੀਆਂ ਧੀਆਂ ਭੈਣਾਂ ਖੜੀਆਂ ਹੁੰਦੀਆਂ ਨੇ ਹੈ ਨਾ, ਉੱਥੇ ਦੇਖਣ ਵਾਲੇ, ਉਹਨਾਂ ਨੇ ਪਬਲਿਕ ਪਲੇਸ 'ਤੇ ਕਿੱਦਾਂ ਕਿਸੇ ਨਾਲ ਬਿਹੇਵ ਕਰਨਾ, ਬੜਾ ਰੂਡ ਬੋਲਦੇ ਨੇ ਲੋਕਾਂ ਨੂੰ, ਅਤੇ ਫਿਰ ਲੋਕਾਂ ਨੇ ਵੀ ਉਹਨਾਂ ਨੂੰ ਉੱਦਾਂ ਹੀ ਟਰੀਟ ਕਰਨਾ ਹੈ ਨਾ। ਅਸੀਂ ਲੋਕਾਂ ਨਾਲ ਆਪਣਾ ਧੀਆਂ ਭੈਣਾਂ ਵਾਲਿਆਂ ਦੇ ਘਰ ਜਾਂਦੇ ਹਾਂ, ਉਹਨਾਂ ਨੂੰ ਸਾਡੇ ਤੋਂ ਜਿਹੜੇ ਵੱਡੇ ਨੇ ਉਹਨਾਂ ਨੂੰ ਅਸੀਂ ਡੈਡੀ ਜੀ ਕਹਿ ਕੇ, ਵੱਡੇ ਹੁਣ ਜਿਹੜੇ ਸਾਡੇ ਹਾਣ ਦੇ ਉਹਨਾਂ ਨੂੰ ਵੀਰ ਕਹਿ ਕੇ, ਛੋਟਿਆਂ ਨੂੰ ਪੁੱਤ ਕਹਿ ਕੇ ਬੁਲਾਉਂਦੇ ਹਾਂ ਨਾ। ਤਾਂ ਇਸ ਕਰਕੇ ਵੀ ਆਪਣੇ ਇੱਜ਼ਤ ਉਹਨਾਂ ਨੂੰ ਦਿੰਦੇ ਹਾਂ, ਉਹ ਸਾਨੂੰ ਵਾਪਸ 'ਚ ਇੱਜ਼ਤ ਦਿੰਦੇ ਨੇ ਹੈ ਨਾ। ਅਗਰ ਅਸੀਂ ਹੁੱਲੜਬਾਜ਼ੀ ਕਰਾਂਗੇ ਸਾਨੂੰ ਵੀ ਇੱਜ਼ਤ ਨਹੀਂ ਮਿਲੂਗੀ। ਹਾਂ, ਕਮੈਂਟਿੰਗ ਮਾੜੀ ਮੋਟੀ ਹਰ ਬੰਦੇ ਨੂੰ ਹੁੰਦੀ ਹੈ ਕਿ ਨੋਰਮਲ ਕੁੜੀਆਂ ਨੂੰ ਮੁੰਡੇ ਛੇੜ ਦਿੰਦੇ ਆ ਰੋਡ 'ਤੇ ਜਾਂਦੀ ਨੂੰ ਹੈ ਨਾ। ਸੋ ਹਮੇਸ਼ਾ ਆਪਦੀ ਇਮੇਜ ਔਰ ਪਰਸਨੈਲਿਟੀ ਹਮੇਸ਼ਾ ਬੰਦੇ ਨੂੰ ਆਪ ਹੀ ਬਣਾਉਣੀ ਪੈਂਦੀ ਆ ਹੈ ਨਾ। ਇਮੇਜ ਖਰਾਬ ਕਰਨ ਲੱਗਿਆ 1 ਮਿੰਟ ਲੱਗਦਾ, ਔਰ ਬਣਾਉਣ ਲੱਗਿਆ ਸਾਲਾਂ ਦੇ ਸਾਲ ਨਿਕਲ ਜਾਂਦੇ ਆ। ਤੁਸੀਂ ਲੋਕ ਤੁਹਾਡੇ ਕੋਲੋਂ ਵਧਾਈ ਲੈਣ ਆਉਂਦੇ ਹੈ ਨਾ, ਸਿੱਕਾ ਲੈਣ ਆਉਂਦੇ ਆ, ਤੁਸੀਂ ਦੱਸਿਆ ਛੋਟੇ ਛੋਟੇ ਬੱਚੇ ਕਿ ਸਾਡੀ ਪੜ੍ਹਾਈ ਵਧੀਆ ਜਾਵੇ ਹੈ ਨਾ, ਇੱਦਾਂ ਦੀਆਂ ਦੁਆਵਾਂ ਲੈਣ ਆਉਂਦੇ ਆ। ਤੁਸੀਂ ਆਪਣੇ ਆਪ ਨੂੰ ਸਪੈਸ਼ਲ ਮੰਨਦੇ ਹੋ ਕਿ ਪਰਮਾਤਮਾ ਨੇ ਇਸ ਕਾਬਲ ਬਣਾਇਆ ਕਿ ਤੁਸੀਂ ਲੋਕਾਂ ਨੂੰ ਦੁਆਵਾਂ ਦੇ ਸਕੋ? ਜੀ, ਮੈਂ ਤਾਂ ਬਹੁਤ ਪਰਮਾਤਮਾ ਦੀ ਸ਼ੁਕਰਗੁਜ਼ਾਰ ਆ, ਰਿਣੀ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਰਾਮਦਾਸ ਮਹਾਰਾਜ ਦੀ, ਉਹ ਸੱਚਿਆ ਪਾਤਸ਼ਾਹ ਦੀ ਬਹੁਤ ਜ਼ਿਆਦਾ ਰਿਣੀ ਆ ਕਿ ਅਕਾਲ ਪੁਰਖ ਨੇ ਮੈਨੂੰ ਇਹ ਮੇਰੀ ਡਿਊਟੀ ਲਾਈ ਆ ਕਿ ਮੈਂ ਲੋਕਾਂ ਨੂੰ ਬਲੈਸਿੰਗਸ ਦੇਵਾਂ, ਵਿਸ਼ਿਸ ਦੇਵਾਂ। ਕਿਸੇ ਲਈ ਮੈਂ ਰਿਣੀ ਆ ਅਕਾਲ ਪੁਰਖ ਵਾਹਿਗੁਰੂ ਦੀ ਕਿ
ਉਹਨਾਂ ਨੇ ਮੈਨੂੰ ਡਿਊਟੀ ਮੇਰੀ ਲਾਈ ਹੈਗੀ ਆ ਅਕਾਲ ਪੁਰਖ ਵਾਹਿਗੁਰੂ ਨੇ ਹਨ। ਨਹੀਂ ਤਾਂ ਜਿੱਦਾਂ ਕੋਈ ਡੰਗਰ ਪਸ਼ੂ ਮਰਦਾ ਉਹਦੇ ਨਾਲ ਕਿੰਨੇ ਹੀ ਕੰਮ ਸਵਾਰੇ ਜਾਂਦੇ ਨੇ ਉਹਨਾਂ ਦਾ ਕੰਮ ਆਉਂਦਾ। ਇਨਸਾਨ ਮਰੇ ਤਾਂ ਉਹ ਇਨਸਾਨ ਕਿਤੇ ਕੰਮ ਨਹੀਂ ਆਉਂਦਾ। ਨਾਲ ਦੀ ਨਾਲ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਚਲੋ ਜੀ ਇਹਨਾਂ ਦਾ ਆਪਾਂ ਸੰਸਕਾਰ ਕਰ ਦਈਏ ਜਾਂ ਉਹਨਾਂ ਨੂੰ ਦਫਨ ਕਰ ਦਈਏ ਹੈ ਨਾ। ਤਾਂ ਇਸ ਕਰਕੇ ਮੈਂ ਜਿੰਨਾ ਟਾਈਮ ਜਿਉਂਦੀ ਹਾਂ ਤਾਂ ਮੈਂ ਲੋਕਾਂ ਦੇ ਕੰਮ ਆਉਣਾ ਚਾਹੁੰਦੀ ਹਾਂ, ਕਿਸੇ ਬੱਚੇ ਦਾ ਭਲਾ ਹੁੰਦਾ ਹੋਵੇ ਹੈ ਨਾ। ਜਿੱਦਾਂ ਮਰਦੇ ਨੂੰ ਪਾਣੀ ਬਹੁਤ ਵੱਡੀ ਚੀਜ਼ ਹੁੰਦੀ ਆ ਹੈ ਨਾ, ਇੱਦਾਂ ਹੀ ਜੇਕਰ ਕੋਈ ਬੱਚਾ ਡੀਟੇਬਲ ਬੱਚਾ ਕੋਈ ਫੀਸ ਨਹੀਂ ਭਰ ਸਕਦਾ, ਕੋਈ ਪੜ੍ਹ ਨਹੀਂ ਸਕਦਾ, ਕੋਈ ਯੂਨੀਫਾਰਮ ਨਹੀਂ ਲੈ ਸਕਦਾ, ਉਹਨਾਂ ਲਈ ਹਮੇਸ਼ਾ ਮੈਂ ਅਵੇਲੇਬਲ ਹਾਂ 24 ਆਵਰਸ। ਮੈਨੂੰ ਸੋਸ਼ਲ ਵਰਕ 'ਚ ਬਹੁਤ ਜ਼ਿਆਦਾ ਕਰਕੇ ਬਹੁਤ ਦਿਲ ਨੂੰ ਸਕੂਨ ਮਿਲਦਾ ਇਹ ਚੀਜ਼ਾਂ ਨਾਲ ਹੈ ਨਾ। ਜਿਵੇਂ ਕਿ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਹੋ ਹੈ ਨਾ, ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ, ਅਤੇ ਤੁਹਾਨੂੰ ਲੱਗਦਾ ਕਿ ਥਰਡ ਜੈਂਡਰ ਦੇ ਲਈ ਵੀ ਕੁਝ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ ਨੇ, ਉਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਨੇ। ਅਤੇ ਹੁਣ ਤੁਸੀਂ ਜਿਹੜੇ ਹੈਗਾ ਪਾਰਟੀ ਜਿੱਤ ਗਈ ਆ, ਕੁਝ ਕਰੋਗੇ ਆਪਣੀ ਕਮਿਊਨਿਟੀ ਦੇ ਲਈ? ਦੇਖੋ ਫਸਟ ਆਫ ਆਲ ਹਮੇਸ਼ਾ ਇੱਕ ਚੀਜ਼ ਨੂੰ ਬਣਾਉਣ ਲਈ, ਜਿੱਦਾਂ ਇੱਕ ਸਮੁੰਦਰ ਨੂੰ ਭਰਨ ਲਈ ਬੂੰਦ ਬੂੰਦ ਦੀ ਲੋੜ ਹੁੰਦੀ ਆ, ਕੋਈ ਵੀ ਚੀਜ਼ ਨੂੰ ਕਰਨ ਲਈ ਹਮੇਸ਼ਾ ਸਾਥ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਨਾ। ਕਮਿਊਨਿਟੀ ਦੇ ਲੋਕ ਸਭ ਤੋਂ ਪਹਿਲਾਂ, ਮੇਰੀ ਕਮਿਊਨਿਟੀ ਦੇ ਲੋਕ ਪੜ੍ਹਦੇ ਨਹੀਂ ਆ। ਉਹ ਲੋਕ ਕਹਿੰਦੇ ਹੈਗੇ ਵੀ ਪੜ੍ਹ ਕੇ ਅਸੀਂ ਕੀ ਕਰਾਂਗੇ, ਅਸੀਂ ਤਾਂ ਮੰਗਣੀਆਂ ਤਾਂ ਵਧਾਈਆਂ ਨੇ। ਉਹਨਾਂ ਦੀ ਸੋਚ ਇੰਨੀ ਡਿਵੈਲਪ ਨਹੀਂ ਹੋਈ ਹੈ ਨਾ। ਸੋ ਮੈਂ ਸਰਕਾਰ ਅੱਗੇ ਇੱਧਰ ਆਪਣਾ ਕੀ ਕਹਿੰਦੇ ਰਿਕੁਐਸਟ ਕਰਦੀ ਹੈਗੀ ਆ ਕਿ ਮੇਰੀ ਕਮਿਊਨਿਟੀ ਦੇ ਲੋਕ ਜਿਹੜੇ ਬੱਚੇ ਆ ਰਹੇ ਨੇ, ਨਵੀਂ ਜਨਰੇਸ਼ਨ ਆ ਰਹੀ ਆ, ਉਹਨਾਂ ਲਈ ਕੁਝ ਨੌਕਰੀਆਂ ਹੋਣੀਆਂ ਚਾਹੀਦੀਆਂ ਨੇ। ਔਰ ਜਿਹੜੇ ਬਜ਼ੁਰਗ ਹੋ ਗਏ ਉਹਨਾਂ ਲਈ ਕੁਝ ਪੈਨਸ਼ਨਸ ਹੋਣੀਆਂ ਚਾਹੀਦੀਆਂ ਨੇ ਹੈ ਨਾ, ਬੁਢਾਪਾ ਪੈਨਸ਼ਨਸ ਉਹਨਾਂ ਲਈ ਹੋਣੀਆਂ ਚਾਹੀਦੀਆਂ ਨੇ। ਪਰ ਇਸ ਕੰਮ ਲਈ ਅਜੇ ਬਹੁਤ ਟਾਈਮ ਲੱਗੂਗਾ ਮੇ ਵੀ, ਮੈਨੂੰ ਲੱਗਦਾ, ਕਿਉਂਕਿ ਐਫਰਟਸ ਮੇਰੀ ਇਕੱਲੀ ਦੇ ਐਫਰਟਸ ਕਰਨ ਨਾਲ ਕੁਝ ਵੀ ਨਹੀਂ ਹੋ ਸਕਦਾ ਹੈ ਨਾ। ਲੋਕਾਂ ਨੂੰ ਮੇਰੇ ਐਫਰਟਸ ਸੁਣ ਸਕਦੇ ਨੇ ਪਰ ਉਹਨਾਂ ਨੂੰ ਅਸਰ ਹੋਣ ਲਈ ਅਜੇ 50 ਸਾਲ ਹੋਰ ਲੱਗਣੇ ਆ। ਇਸ ਲਈ ਆਪਾਂ ਜਿੰਨਾ ਟਾਈਮ ਹੈਗਾ ਆਪਾਂ ਬੋਲਦੇ ਰਹਿਣਾ, ਸ਼ਾਇਦ ਸਾਡਾ ਬੋਲਿਆ ਕਿਸੇ ਸਹੀ ਕੰਨ ਦੇ ਵਿੱਚ ਚਲਾ ਜਾਵੇ ਔਰ ਕੋਈ ਚੀਜ਼ ਹੋ ਸਕੇ ਸਹੀ ਕਮਿਊਨਿਟੀ ਲਈ ਹੈ ਨਾ। ਸੋ ਇਹ ਚੀਜ਼ ਮੈਂ ਕਹਿੰਦੀ ਹੈਗੀ ਆ। ਬਾਕੀ ਜਿਹੜੇ ਅਸੀਂ ਹੈਗੇ ਹਾਂ, ਅਸੀਂ ਤਾਂ ਆਪਦੇ ਬਜ਼ੁਰਗਾਂ ਦੀ ਗੱਦੀਆਂ ਸਾਂਭੀ ਬੈਠੇ ਹੈਗੇ ਆ ਹੈ ਨਾ। ਅਸੀਂ ਤਾਂ ਗੱਦੀਆਂ ਛੱਡ ਵੀ ਨਹੀਂ ਸਕਦੇ, ਛੱਡ ਕੇ ਜੋਬ ਕਰ ਵੀ ਨਹੀਂ ਸਕਦੇ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਜਿਹੜੀ ਸਾਡੀ ਬਜ਼ੁਰਗਾਂ ਸ਼ਾਹੀ ਗੱਦੀ ਆ, ਅਸੀਂ ਆਪਣੀ ਗੱਦੀਆਂ ਨੂੰ ਸਾਂਭੀ ਬੈਠੇ ਹੈਗੇ ਆ। ਜਿੱਦਾਂ ਹੀ ਮੇਰੀ ਗੱਦੀ ਕੌਲੀ ਦੀ ਗੱਦੀ ਹੈਗੀ ਆ ਸਾਡੀ ਹੈ ਨਾ। ਸਾਡੇ ਇੱਧਰ ਵੀ ਇੱਕ ਮਹੰਤ ਰਹਿੰਦੇ ਨੇ ਕੌਲੀ ਦੇ, ਕੌਲੀ ਇੱਕ ਸਾਡੇ ਪਿੰਡ 'ਚ ਵੀ ਮਹੰਤ ਰਹਿੰਦੇ ਨੇ। ਅਸੀਂ ਸਾਰੇ ਮਤਲਬ ਕੌਲੀ ਵਾਲਾ ਸਾਡਾ ਪਰਿਵਾਰ ਹੈਗਾ ਮਹੰਤਾਂ ਦਾ, ਬਹਾਦਰਗੜ੍ਹ ਦੇ ਮਹੰਤਾਂ ਦਾ ਪਰਿਵਾਰ ਹੈਗਾ। ਸੋ ਅਸੀਂ ਤਾਂ ਆਪਣੇ ਬਜ਼ੁਰਗਾਂ ਦੀ ਗੱਦੀਆਂ ਸਾਂਭੀ ਬੈਠੇ ਹਾਂ, ਪਰ ਜਿਹੜੇ ਆਉਣ ਵਾਲੇ ਬੱਚੇ ਨੇ, ਪੜ੍ਹੀ ਲਿਖੀ ਜਨਰੇਸ਼ਨ ਆ ਰਹੀ ਆ ਮਹੰਤਾਂ ਦੀ, ਸੋ ਉਹਨਾਂ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਮੇਰੀ ਕਮਿਊਨਿਟੀ ਦੇ ਬੱਚਿਆਂ ਨੂੰ ਮੈਂ ਕਹਿੰਦੀ ਹਾਂ ਵੀ ਪੜ੍ਹਨਾ ਚਾਹੀਦਾ ਉਹਨਾਂ ਨੂੰ। ਜਿਵੇਂ ਕਿ ਤੁਸੀਂ ਵੀ ਪੜ੍ਹੇ ਲਿਖੇ ਹੋ ਹੈ ਨਾ, ਅਤੇ ਪੜ੍ਹਨ ਦਾ ਸ਼ੌਂਕ ਵੀ ਸੀਗਾ, ਸ਼ੌਂਕ ਪੁਗਾਇਆ ਵੀ ਆ ਉਹ ਤੁਸੀਂ ਆਪਣਾ। ਅਤੇ ਜੇ ਅੱਜ ਤਨਵੀਰ ਗੱਦੀ 'ਤੇ ਨਹੀਂ ਹੁੰਦੇ, ਮਹੰਤ ਨਾ ਹੁੰਦੇ, ਤਾਂ ਤਨਵੀਰ ਅੱਜ ਕੀ ਹੁੰਦੇ? ਹੋਨੈਸਟਲੀ ਮੈਂ ਕਦੇ ਇੱਦਾਂ ਸੋਚਿਆ ਨਹੀਂ ਵੀ ਮੈਂ ਮਹੰਤ ਨਾ ਹੁੰਦੀ। ਮੈਂ ਸੋਚਿਆ ਸੀ ਵੀ ਅਗਰ ਮੈਂ ਮਹੰਤ ਹੈਗੀ ਹਾਂ ਤਾਂ ਹੈਗੀ ਹਾਂ। ਪਰਮਾਤਮਾ ਨੇ ਸ਼ੁਰੂ 'ਚ ਹੀ ਹਰ ਚੀਜ਼ ਸ਼ੁਰੂ ਤੋਂ ਹੀ ਸੋਚ ਕੇ ਬਣਾਈ ਜਾਂਦੀ ਆ। ਜਿਹੜੀ ਚੀਜ਼ ਦੀ ਸ਼ੁਰੂਆਤ ਜਿੱਦਾਂ ਹੁੰਦੀ ਆ ਨਾ, ਉਹ ਪਰਮਾਤਮਾ ਸ਼ੁਰੂ ਤੋਂ ਸੋਚ ਕੇ ਹੀ ਕਰਦਾ। ਅੰਤ ਤੱਕ ਕਹਾਣੀ ਪਹਿਲੀ ਪਰਮਾਤਮਾ ਨੇ ਲਿਖੀ ਪਈ ਹੁੰਦੀ ਆ। ਸਕ੍ਰਿਪਟ ਆਪਣੀ ਬਣੀ ਹੁੰਦੀ ਆ ਹਰ ਬੰਦੇ ਦੀ। ਇਹ ਤਾਂ ਇੱਕ ਮੂਵੀ ਚੱਲ ਰਹੀ ਆ, ਅਕਾਲ ਪੁਰਖ ਨੇ ਲਾਈ ਆ, ਵਾਹਿਗੁਰੂ ਨੇ। ਹਰ ਕੋਈ ਬੰਦਾ ਆਪਣਾ ਇੱਕ ਰੋਲ ਪਲੇਅ ਕਰ ਰਿਹਾ ਹੈ ਨਾ। ਆਪਾਂ ਨੂੰ ਇਹ ਰੋਲ ਮਿਲਿਆ, ਮੇਰੀ ਸਕ੍ਰਿਪਟ ਆਲਰੇਡੀ ਪਰਮਾਤਮਾ ਨੇ ਲਿਖਤੀ ਸੀ ਐਜ਼ ਅ ਮਹੰਤ, ਅਤੇ ਆਪਾਂ ਤਾਂ ਡਿਊਟੀ ਕਰ ਰਹੇ ਹਾਂ ਹੈ ਨਾ। ਅਗਰ ਮੈਂ ਕੋਈ ਨੋਰਮਲ ਮੁੰਡਾ ਕੁੜੀ ਹੁੰਦੀ ਤਾਂ ਵੀ ਮੈਂ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਚੰਗਾ ਹੀ ਕੰਮ ਕਰਨਾ ਸੀਗਾ ਹੈ ਨਾ। ਉਦੋਂ ਸ਼ਾਇਦ ਉਸ ਟਾਈਮ ਅਗਰ ਮੈਂ ਮੁੰਡਾ ਜਾਂ ਕੁੜੀ ਹੁੰਦੀ, ਇਹ ਸੱਚਾਈ ਆ, ਸ਼ਾਇਦ ਮੈਂ ਲੋਕਾਂ ਲਈ ਕੁਛ ਨਾ ਕਰ ਪਾਉਂਦੀ। ਕਿਉਂਕਿ ਮੈਂ ਮੁੰਡਾ ਹੁੰਦੀ, ਮੈਂ ਨੋਰਮਲ ਕਿਸੇ ਕੁੜੀ ਨਾਲ ਵਿਆਹ ਕਰਵਾ ਲੈਣਾ ਸੀ, ਆਪਣੀ ਗ੍ਰਸਤੀ 'ਚ ਬਿਜੀ ਹੋ ਜਾਣਾ ਸੀ। ਕੁੜੀ ਹੁੰਦੀ, ਕਿਸੇ ਮੁੰਡੇ ਨਾਲ ਵਿਆਹ ਕਰਵਾ ਕੇ ਬਿਜੀ ਹੋ ਜਾਣਾ ਸੀ। ਹੁਣ ਮਹੰਤ ਹੈਗੇ, ਪਤਾ ਹੈਗਾ ਵੀ ਨਾ ਕੋਈ ਵਿਆਹ ਹੋਣਾ, ਨਾ ਕੋਈ ਅੱਗੇ ਨਾ ਕੋਈ ਪਿੱਛੇ ਹੈ ਨਾ। ਠੀਕ ਹੈ, ਅਤੇ ਇਸ ਕਰਕੇ ਹੁਣ ਲੋਕਾਂ ਲਈ ਹੈਗੇ ਆ, ਬੱਚਿਆਂ ਲਈ ਹੈਗੇ ਆ। ਸ਼ਾਇਦ ਉਹਨਾਂ 'ਚ ਕੋਈ ਆਪਣਾ ਬੱਚਾ ਮਿਲ ਜੇ, ਜਾਂ ਉਹਨਾਂ 'ਚ ਕੋਈ ਸ਼ਾਇਦ ਆਪਣਾ ਮਿਲ ਜੇ। ਤਨਵੀਰ ਰੰਧਾਵਾ ਦੀ ਕੋਈ ਖੁਆਇਸ਼ ਹੈਗੀ ਹੁਣ? ਖੁਆਇਸ਼ ਮੇਰੀ ਜ਼ਿੰਦਗੀ ਦੇ ਵਿੱਚ, ਮੈਂ ਜਿੰਨੇ ਬੁਰੇ ਵਕਤ ਦੇਖੇ ਉਨੇ ਪਰਮਾਤਮਾ ਨੇ ਮੈਨੂੰ ਚੰਗੇ ਵੀ ਦਿਖਾਏ ਹੈ ਨਾ। ਮੈਂ ਬੜੇ ਬੁਰੇ ਵਕਤ, ਬੜੇ ਮੈਂ ਸਟਰਗਲ ਦੇ ਟਾਈਮ ਕੱਟੇ ਹੈਗੇ ਆ। ਤਾਂ ਖੁਆਇਸ਼ ਮੇਰੀ ਇੱਕੋ ਹੈਗੀ ਹੈ ਕਿ ਮੈਂ ਮਰਦੀ ਕੋਈ ਇੱਦਾਂ ਦਾ ਕੰਮ ਕਰਕੇ ਜਾਵਾਂ ਕਿ ਮੇਰੀ ਕਮਿਊਨਿਟੀ ਦੇ ਬੱਚਿਆਂ ਲਈ ਜ਼ਿੰਦਗੀ ਸੁਖਾਲੀ ਹੋ ਜੇ। ਜਿਹੜੀਆਂ ਚੀਜ਼ਾਂ, ਜਿਹੜੇ ਵਕਤ ਅਸੀਂ ਦੇਖ ਲਏ, ਉਹ ਮੇਰੀ ਕਮਿਊਨਿਟੀ ਦੇ ਬੱਚੇ ਨਾ ਦੇਖ ਸਕਣ। ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਮਹੰਤ ਹੈ ਉਹ ਆਪਣੀ ਇਮੇਜ ਆਪ ਖਰਾਬ ਕਰ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਹਰ ਕਸੂਰ ਸੁਸਾਇਟੀ ਦਾ ਨਹੀਂ ਹੈਗਾ, ਕੁਝ ਕਸੂਰ ਕਮਿਊਨਿਟੀ ਦਾ ਵੀ ਹੈਗਾ ਹੈ ਨਾ। ਇੱਕ ਵਿਵਾਦ ਬਹੁਤ ਵੱਧ ਗਏ ਮਹੰਤਾਂ ਦੇ,
ਵਿਵਾਦ ਬਾਅਦ ਚ ਹੁੰਦਾ ਔਰ ਆਪਣਾ ਟੀਵੀ ਤੇ ਔਰ ਸੋਸ਼ਲ ਮੀਡੀਆ ਤੇ ਪਹਿਲਾਂ ਉਹ ਆ ਜਾਂਦੀ ਹੈ ਚੀਜ਼, ਹੈ ਨਾ। ਤਾਂ ਵਿਵਾਦਾਂ ਨੂੰ ਸਮੇਟਣ ਦੀ ਕੋਸ਼ਿਸ਼ ਕਰੋ, ਮੇਰੀ ਆਲ ਮਹੰਤ ਬਰਾਦਰੀ ਨੂੰ ਬੇਨਤੀ ਹੈਗੀ ਆ। ਤੇ ਹਮੇਸ਼ਾ ਇੱਕ ਚੀਜ਼ ਨੂੰ ਖਰਾਬ ਕਰਨ ਨਾਲੋਂ ਉਸ ਚੀਜ਼ ਦਾ ਘਾਟਾ ਜਰਨਾ, ਥੋੜਾ ਜਿਹਾ ਘਾਟਾ ਜਰ ਲਓਗੇ ਨਾ ਤਾਂ ਉਹ ਬੈਟਰ ਹੁੰਦਾ। ਕੋਈ ਚੀਜ਼ ਆ ਜਿੱਦਾਂ ਕਹਿੰਦੇ ਨੇ ਸਾਰੀ ਚੀਜ਼ ਖਰਾਬ ਹੋ ਗਈ, ਸਾਰੀ ਨਾਲੋਂ ਖਰਾਬ ਕਰਨ ਨਾਲੋਂ ਅੱਧੀ ਵੇ ਖਰਾਬ ਹੋ ਜੇ, ਅੱਧੀ ਤਾਂ ਕਿਸੇ ਬੰਨੇ ਸਵੰਨੇ ਲੱਗੇ, ਹੈ ਨਾ। ਸੋ ਇਸ ਕਰਕੇ ਮੈਂ ਹੰਬਲ ਰਿਕੁਐਸਟ ਕਰਦੀ ਹਾਂ ਮੇਰੀ ਆਲ ਮਹੰਤ ਕਮਿਊਨਿਟੀ ਨੂੰ ਕਿ ਜਿਹੜੇ ਵਿਵਾਦ ਅੱਜ ਕੱਲ੍ਹ ਮਹੰਤਾਂ ਦੇ ਬਹੁਤ ਜ਼ਿਆਦਾ ਵੱਧ ਰਹੇ ਨੇ, ਤੁਸੀਂ ਦੇਖ ਹੀ ਰਹੇ ਹੋ, ਹੈ ਨਾ। ਯੂਟਿਊਬਸ 'ਤੇ ਮੋਸਟਲੀ ਹਰ ਤਰ੍ਹਾਂ ਦਾ ਵਿਵਾਦ, ਉੱਥੇ ਕਿਸੇ ਦੇ ਮਹੰਤ ਦਾ ਵਿਆਹ ਦਾ ਵਿਵਾਦ, ਕਿਸੇ ਨੇ ਕੁਛ ਦਾ ਵਿਵਾਦ, ਕਿਸੇ ਦੇ ਏਰੀਏ ਦਾ ਵਿਵਾਦ, ਕੋਈ ਠੱਗੀ ਠੋਰੀ ਦਾ ਵਿਵਾਦ ਮਹੰਤਾਂ ਦੇ ਵਿੱਚ, ਕੋਈ ਲੜਾਈ ਝਗੜੇ ਦਾ ਵਿਵਾਦ, ਕੋਈ ਪ੍ਰਾਪਰਟੀ ਦਾ ਵਿਵਾਦ। ਤਾਂ ਮੇਰੀ ਹੰਬਲ ਰਿਕੁਐਸਟ ਹੈ ਕਿ ਪਲੀਜ਼ ਇੱਦਾਂ ਦੇ ਵਿਵਾਦ ਸਾਡੇ ਮਹੰਤ ਕਮਿਊਨਿਟੀ ਨੂੰ ਬੇਨਤੀ ਹੈ ਕਿ ਬੰਦ ਕਰੋ। ਮੈਮ ਜੇਕਰ ਅਸੀਂ ਗੱਲ ਕਰੀਏ ਮਹੰਤ ਕਮਿਊਨਿਟੀ ਦੀ ਤੇ 90% 100 ਦੇ ਵਿੱਚੋਂ 90% ਕੇਸਿਸ ਇਦਾਂ ਹੁੰਦੇ ਨੇ ਜਿਨ੍ਹਾਂ ਦੇ ਪੇਰੈਂਟਸ ਜਿਹੜਾ ਹੈਗਾ ਅਸੈਪਟ ਨਹੀਂ ਕਰਦੇ। ਜੇਕਰ ਮੁੰਡਾ ਕਿਤੇ ਬਾਹਰ ਕੰਮ ਕਰਨ ਨੂੰ ਜਾਂਦਾ ਹੈ ਤਾਂ ਵੀ ਮਾਪਿਓ ਦਾ ਹਿਰਦਾ ਜਿਹੜਾ ਵਲੂੰਦਰਿਆ ਜਾਂਦਾ ਹੈ, ਧੀ ਤੋੜਦੇ ਨੇ ਤਾਂ ਵੀ ਦੁੱਖ ਹੁੰਦਾ ਹੈ। ਜਦੋਂ ਮਹੰਤ ਕਮਿਊਨਿਟੀ ਦੇ ਲੋਕਾਂ ਨੂੰ ਲੈਣ ਆਉਂਦੇ ਨੇ ਤਾਂ ਜਿਹੜਾ ਹੈਗਾ ਪੇਰੈਂਟਸ ਉਹਨਾਂ ਉਸ ਟਾਈਮ ਇਹ ਵੀ ਪਤਾ ਹੁੰਦਾ ਕਿ ਇਹਨਾਂ ਨੇ ਵਾਪਸ ਨਹੀਂ ਆਉਣਾ, ਹੁਣ ਇਹਨਾਂ ਨੇ ਉਸੇ ਕਮਿਊਨਿਟੀ ਦੇ ਵਿੱਚ ਰਹਿ ਜਾਣਾ, ਤੇ ਉਦੋਂ ਨਹੀਂ ਮਾਪਿਓ ਨੂੰ ਦੁੱਖ ਹੁੰਦਾ ਆ, ਉਦੋਂ ਨਹੀਂ ਤਕਲੀਫ ਹੁੰਦੀ ਆ ਜਦੋਂ ਬੱਚਾ ਜਿਹੜਾ ਹੈਗਾ ਮਹੰਤ ਕਮਿਊਨਿਟੀ ਦਾ ਬੱਚਾ ਜਾਂਦਾ ਹੈ। ਦੇਖੋ ਮਾਂ ਪਿਓ ਲਈ ਬੱਚਾ ਹੀ ਹੁੰਦਾ, ਭਾਵੇਂ ਉਹ ਮਹੰਤ ਆ, ਕੁੜੀ ਆ, ਮੁੰਡਾ, ਹੈ ਨਾ। ਦੁੱਖ ਹੁੰਦਾ, ਪਰ ਕਿਸੇ ਹੱਦ ਤੱਕ ਮੈਨੂੰ ਪਰਸਨਲੀ ਲੱਗਦਾ ਹੈਗਾ, ਹੈ ਨਾ, ਕਿ ਮਾਂ ਪਿਓ ਲਈ ਇੱਕ ਮਹੰਤ ਬੱਚੇ ਨੂੰ ਫਿਰ ਵੀ ਉਹ ਸੋਚ ਲੈਂਦੇ ਨੇ ਵੀ ਚਲੋ ਕੋਈ ਗੱਲ ਨਹੀਂ, ਵੀ ਇਹ ਸਾਡਾ ਬੱਚਾ ਮਹੰਤ ਸੀ, ਇਹਦਾ ਤਾਂ ਕੋਈ ਵੇਲ ਵੰਸ਼ ਅੱਗੇ ਵਧਣਾ ਨਹੀਂ ਆ, ਹੈ ਨਾ। ਅਗਰ ਬਾਈ ਦਾ ਵੇ ਉਹ ਮਹੰਤ ਦੀ ਜਗ੍ਹਾ ਅਗਰ ਉਹਨਾਂ ਦੇ ਪੁੱਤ ਨੂੰ ਕੋਈ ਲੈ ਜੇ ਜਾਂ ਉਹਨਾਂ ਦੀ ਕੁੜੀ ਨੂੰ ਕੋਈ ਲੈ ਜੇ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਦਾ ਵੀ ਪੁੱਤ ਨੇ ਸਾਡਾ ਵੰਸ਼ ਚਲਾਉਣਾ ਸੀ, ਕੁੜੀ ਨੂੰ ਅਸੀਂ ਵਿਆਹ ਕੇ ਤੋਰਨਾ ਸੀ, ਵੀ ਮਹੰਤਾਂ ਦਾ ਕੋਈ ਨਹੀਂ, ਹੈ ਨਾ। ਇਸ ਕਰਕੇ ਭਾਵੁਕ ਨਹੀਂ ਹੋਣਾ, ਤੁਹਾਨੂੰ ਬਹੁਤ ਲੋਕ ਪਿਆਰ ਕਰਨ ਵਾਲੇ ਨੇ। ਮਹੰਤ ਕਮਿਊਨਿਟੀ ਦੀ ਵੀ ਅਸਲ ਸੱਚਾਈ ਹੈਗੀ ਹੈ ਕਿ ਕਿਤੇ ਨਾ ਕਿਤੇ ਮੇਰੇ ਮਹੰਤ ਜਿਹੜੇ ਹੈਗੇ ਨੇ ਉਹ ਬਹੁਤ ਇਕੱਲੇ ਹੁੰਦੇ ਨੇ, ਇਕੱਲਾਪਨ ਉਹਨਾਂ ਦੇ ਅੰਦਰ ਹੁੰਦਾ ਹੈਗਾ, ਅਲੋਨ ਹੁੰਦੇ ਹਾਂ ਅਸੀਂ, ਹੈ ਨਾ। ਹਰ ਕੁੜੀ ਦਾ, ਹਰ ਮੁੰਡੇ ਦਾ ਕੋਈ ਨਾ ਕੋਈ ਰਿਸ਼ਤਾ ਹੋ ਜਾਂਦਾ, ਵਿਆਹ ਹੋ ਜਾਂਦਾ, ਉਹਨਾਂ ਦਾ ਪਰਿਵਾਰ ਬਣ ਜਾਂਦਾ, ਪਰ ਅਸੀਂ ਲੋਕ ਤਨਹਾ ਰਹਿੰਦੇ ਹਾਂ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ। ਤਾਂ ਇਸ ਕਰਕੇ ਮਹੰਤਾਂ ਦਾ ਜਿੱਦਾਂ ਕਹਿੰਦੇ ਨੇ ਉਹਨਾਂ ਦੁੱਖ ਕੋਈ ਵੀ ਨਹੀਂ ਮਨਾਉਂਦਾ, ਕੋਈ ਵੀ ਬੰਦਾ ਉਹਨਾਂ ਦੁੱਖ ਨਹੀਂ ਮਨਾਉਂਦਾ, ਉਹਨਾਂ ਦੇ ਮਰਨ ਦਾ, ਉਹਨਾਂ ਨੂੰ ਕੁਝ ਹੋਣ ਦਾ ਜਿੰਨਾ ਦੁੱਖ ਇੱਕ ਮੁੰਡੇ ਔਰ ਨੋਰਮਲ ਮੁੰਡੇ ਔਰ ਕੁੜੀ ਦਾ ਦੁੱਖ ਮਨਾਇਆ ਜਾਂਦਾ ਹੈ ਨਾ ਫੈਮਿਲੀ 'ਚ, ਉਹਨਾਂ ਮਹੰਤ ਲਈ ਦੁੱਖ ਨਹੀਂ ਜ਼ਾਹਰ ਕਰਦੇ ਉਹ। ਬਹੁਤ ਬਹੁਤ ਸ਼ੁਕਰੀਆ, ਗੱਲਬਾਤ ਕੀਤੀ, ਟਾਈਮ ਦਿੱਤਾ ਤੁਸੀਂ ਸਾਨੂੰ। ਥੈਂਕ ਯੂ ਸੋ ਮਚ। ਸੋ ਜੀ ਇਹ ਸੀ ਸਾਡੇ ਨਾਲ ਤਨਵੀਰ ਰੰਧਾਵਾ। ਇਹਨਾਂ ਦੀ ਲਾਈਫ ਜਰਨੀ ਬਾਰੇ ਤੁਸੀਂ ਬਹੁਤ ਵਾਰੀ ਪਹਿਲਾਂ ਵੀ ਦੇਖਿਆ ਹੋਊਗਾ। ਕੋਸ਼ਿਸ਼ ਇਹ ਰਹੀ ਹੈ ਕਿ ਇਹਨਾਂ ਦੇ ਵਿਚਾਰਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ, ਤੇ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਇਸ ਕਮਿਊਨਿਟੀ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਬਰਾਬਰੀ ਦਾ ਅਧਿਕਾਰ ਤੇ ਬਰਾਬਰੀ ਦੀ ਜਿਹੜੀ ਆ ਉਹ ਰਿਸਪੈਕਟ ਮਿਲ ਸਕੇ। ਦੇਖਦੇ ਰਹੋ ਸਾਡਾ ਚੈਨਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।